ਤੇ ਮੇਰੇ ਪਿਆਰਿਓ, ਜਿੱਥੇ ਜਿੱਥੇ ਤੁਸੀਂ ਦੁਨੀਆ 'ਚ ਬੈਠੇ ਹੋਏ ਹੋ, ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਅੱਜ ਨਵੀਂ ਪੀੜ੍ਹੀ ਦੇ ਅਲੀ ਉਸਮਾਨ ਬਾਜਵਾ ਸਕਰੀਨ ਸ਼ੇਅਰ ਕਰ ਰਹੇ ਨੇ, ਤੇ ਇਹ ਹਰ ਤਰ੍ਹਾਂ ਦੀ ਪਰਫਾਰਮਿੰਗ ਆਰਟ ਨਾਲ ਰਿਲੇਟਡ ਨੇ। ਲਿਟਰੇਚਰ ਨਾਲ ਵੀ, ਪੰਜਾਬੀ ਨਾਲ ਵੀ, ਪਰਫਾਰਮਿੰਗ ਆਰਟ ਦੇ ਵਿੱਚ ਤੁਸੀਂ ਦੇਖੋ ਡਰਾਮੇ ਦੇ ਨਾਲ ਵੀ। ਤੇ ਸਭ ਤੋਂ ਜ਼ਿਆਦਾ ਅਗਰ ਤੁਸੀਂ ਹੁਣ ਗੱਲਬਾਤ ਕਰਾਂਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਨਾ, ਮੈਨੂੰ ਜਿਹੜੀ ਚੀਜ਼ ਕਲਿੱਕ ਕੀਤੀ ਇਹਨਾਂ ਦੇ ਪੂਰੇ ਉਹ ਕੰਮ ਤੋਂ ਇਲਾਵਾ, ਜਿਹੜਾ ਗੋਡ ਗਿਫਟਡ ਇਹਨਾਂ ਨੂੰ ਖੁਦਾ ਨੇ ਦਿੱਤਾ ਹੋਇਆ ਹੈ, ਆਵਾਜ਼ ਦਾ ਜਿਹੜਾ ਕਮਾਲ ਦੀ ਆਵਾਜ਼ ਹੈ, ਬਹੁਤ ਬੇਸ ਹੈ। ਨਵਾਂ ਨੌਜਵਾਨ ਔਰ ਬੜੇ ਇਤਮਾਨਾਨ ਨਾਲ ਗੱਲ ਕਰੇ, ਇਹ ਜ਼ਰਾ ਘੱਟ ਹੁੰਦਾ ਹੈ ਜੀ। ਉਸਮਾਨ, ਗਿਮੀ ਟੀਵੀ ਦੇ ਵੱਲੋਂ ਤੁਹਾਨੂੰ ਇੱਕ ਵਾਰੀ ਫੇਰ ਮੈਂ ਜੀ ਆਇਆਂ ਨੂੰ ਆਖਣੀ ਹੈ। ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਤੁਹਾਡਾ ਟੀਵੀ ਜਿਹੜਾ ਹੈ, ਤੁਹਾਡੇ ਪ੍ਰੋਗਰਾਮਸ ਕਾਫੀ ਵੇਖਦਾ ਰਹਿਣਾ ਔਰ ਉਹਦੇ ਤੋਂ ਸਿੱਖਦਾ ਵੀ ਰਹਿਣਾ। ਔਰ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ। ਮਤਲਬ ਬਹੁਤ ਘੱਟ ਐਸੇ ਕਹਿ ਲਓ ਲੋਕ ਨੇ ਸਾਡੇ ਡਾਇਸਪੋਰਾ 'ਚ ਵੀ ਔਰ ਫਿਰ ਪੰਜਾਬ ਦੇ ਵਿੱਚ ਵੀ, ਜਿਹੜੇ ਕਿ ਪੰਜਾਬ ਦੀ ਗੱਲ ਕਰਨ ਔਰ ਆਪਣੇ ਲੋਕਾਂ ਦੀ ਗੱਲ ਕਰਨ। ਸੋ ਤੁਸੀਂ ਉਹਨਾਂ 'ਚੋਂ ਇੱਕ ਹੋ। ਆਈ ਐਮ ਆਨਰਡ ਟੂ ਬੀ ਔਨ ਯਰ ਸ਼ੋ, ਸੋ ਆਮ ਥੈਂਕਫੁਲ ਅਗੇਨ। ਥੈਂਕ ਯੂ। ਤੁਹਾਨੂੰ ਪਤਾ ਤੁਸੀਂ ਰਾਵੀਅਨਸ ਵੀ ਹੋ, ਔਰ ਉਹਦੇ ਬਾਅਦ ਤੁਸੀਂ ਬੜਾ ਕਮਾਲ ਕੀਤਾ ਹੈ। ਤੁਸੀਂ ਕਮਾਲ, ਤੁਸੀਂ ਜਿਸ ਤਰ੍ਹਾਂ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਹੋ, ਔਰ ਜਿਸ ਤਰ੍ਹਾਂ ਤੁਸੀਂ, ਤੁਹਾਡਾ ਪੈਸ਼ਨ ਹੈ ਮਾਂ ਬੋਲੀ, ਇਹ ਇੱਕ ਬਹੁਤ ਹੀ ਖੂਬਸੂਰਤ ਗੱਲ ਲੱਗੀ ਤੇ ਮੇਰੇ ਦਿਲ ਨੂੰ ਲੱਗੀ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਕੰਮ ਹੈ, ਔਰ ਜਿਸ ਤਰ੍ਹਾਂ ਤੁਸੀਂ ਮਤਲਬ ਦੇਖੋ, ਇੱਕ ਚੀਜ਼ ਜਿਹੜੀ ਕਿ ਤੁਸੀਂ ਐਜ਼ ਅ ਟੀਮ ਪਲੇਅਰ ਆਪਣੇ ਆਪ ਨੂੰ ਆਖਦੇ ਹੋ, ਤੁਸੀਂ ਉਹਦੇ ਬਾਅਦ ਡੈਡਲਾਈਨਾਂ ਨੂੰ ਜਿਸ ਤਰ੍ਹਾਂ ਪੰਕਚੁਅਲਿਟੀ ਨਾਲ ਪੂਰਾ ਕਰਨ ਵਾਲੇ ਇੱਕ ਆਰਗੇਨਾਈਜ਼ਡ ਬੰਦੇ ਹੋ। ਔਰ ਹਲੇ ਤੇ ਤੁਸੀਂ ਜ਼ਿੰਦਗੀ, ਤੁਹਾਡੇ ਵਗਰੇ ਤੇ ਤੁਹਾਡੀ ਉਮਰ ਦੇ ਤੇ ਹਲੇ ਜ਼ਿੰਦਗੀ ਦੇ ਵਿੱਚ ਕਦਮ ਵੀ ਨਹੀਂ ਰੱਖਦੇ, ਤੇ ਤੁਸੀਂ ਇੰਨਾ ਕੁਝ ਕਰ ਲਿਆ। ਮੈਂ ਦੱਸਣਾ ਚਾਹਾਂਗੀ ਖਾਤਿਨ ਹਜ਼ਰਾਤ ਕਿ ਇਹਨਾਂ ਦੀਆਂ ਅਚੀਵਮੈਂਟ ਮੀਡੀਆ 'ਚ ਵੀ ਨੇ, ਲਿਟਰੇਚਰ 'ਚ ਵੀ, ਪਰਫਾਰਮਿੰਗ ਆਰਟ ਵਿੱਚ ਵੀ ਹੈ, ਔਰ ਐਜ਼ ਅ ਸ਼ਾਰਟ ਸਟੋਰੀ ਰਾਈਟਰ ਇਹਨਾਂ ਨੇ ਕਿੰਨੇ ਲਿਟਰੇਰੀ ਮੈਗਜ਼ੀਨ ਦੇ ਵਿੱਚ ਜਿਹੜਾ ਵੈ ਉਹ ਕੰਮ ਕੀਤਾ ਵੈ। ਅਸੀਂ, ਮੈਂ ਤੇ ਅੱਗੇ ਬੋਲਣੀ ਆ ਬਹੁਤ, ਤੇ ਮੈਂ ਚਾਹਾਂਗੀ ਕਿ ਮੈਂ ਉਸਮਾਨ, ਤੁਸੀਂ ਪਹਿਲੇ ਆਪਣਾ ਜਰਨੀ ਦੱਸੋ। ਅੱਛਾ ਜੀ, ਜਰਨੀ ਮੇਰਾ ਛੋਟਾ ਜਿਹਾ ਜਰਨੀ ਹਲੇ ਤੱਕ ਸਿਆਲਕੋਟ ਦੀ ਮੈਂ ਜੰਮਪਲ ਹਾਂ। ਠੀਕ ਹੈ ਸ਼ਿਵ ਕੁਮਾਰ ਬਟਾਲਵੀ ਦਾ ਸ਼ਹਿਰ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ। ਜੀ। ਤੇ ਮੇਰੀ ਸਾਰੀ ਸਕੂਲਿੰਗ ਜਿਹੜੀ ਉਹ ਸਿਆਲਕੋਟ ਤੋਂ ਹੋਈ, ਕਾਲਜ ਵੀ ਮੇਰਾ ਉੱਥੇ ਹੋਇਆ। ਉਸ ਤੋਂ ਬਾਅਦ ਯੂਨੀਵਰਸਿਟੀ ਦੀ ਐਜੂਕੇਸ਼ਨ ਵਾਸਤੇ ਮੈਨੂੰ ਲਾਹੌਰ ਆਉਣਾ ਪਿਆ, ਕਿਉਂਕਿ ਸਿਆਲਕੋਟ ਦੇ ਵਿੱਚ ਕੋਈ ਅੱਛੀ ਯੂਨੀਵਰਸਿਟੀ ਨਹੀਂ ਹੈ। ਕੈਂਪਸਿਸ ਹੈ ਨੇ ਕੁਝ ਛੋਟੇ ਅਫੀਲੀਏਟਡ, ਲੇਕਿਨ ਉਹ ਕੋਈ ਜ਼ਿਆਦਾ ਕੁਆਲਿਟੀ ਐਜੂਕੇਸ਼ਨ ਨਹੀਂ ਦਿੰਦੇ। ਸੋ ਇਸ ਲਈ ਮੈਨੂੰ ਸਿਆਲਕੋਟ ਤੋਂ ਲਾਹੌਰ ਆਉਣਾ ਪਿਆ। ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਵਿੱਚ ਮੈਂ ਲਿਟਰੇਚਰ ਦਾ ਸਟੂਡੈਂਟ ਹੋਇਆ। ਔਰ ਲਾਹੌਰ ਦੇ ਵਿੱਚ ਹੀ ਆ ਕੇ, ਜ਼ਾਹਿਰ ਹੈ ਵੱਡਾ ਸ਼ਹਿਰ ਹੈ ਤੇ ਜ਼ਿਆਦਾ ਓਪਰਚੁਨਿਟੀਜ਼ ਵੀ ਨੇ, ਅਦਬੀ ਤਨਜ਼ੀਮਾਂ ਵੀ ਨੇ, ਥੀਏਟਰ ਵੀ ਹੈ, ਪਰਫਾਰਮਿੰਗ ਆਰਟਸ ਵੀ ਨੇ, ਔਰ ਬਾਕੀ ਪਲੇਟਫਾਰਮਸ ਵੀ ਨੇ। ਸੋ ਕਰਦਿਆਂ ਮੈਂ ਕਹਿ ਲਓ ਜੁੜਦਾ ਚਲਾ ਗਿਆ ਲੋਕਾਂ ਦੇ ਨਾਲ। ਕੁਝ ਲੋਕਾਂ ਨੇ ਬਾਂਹ ਫੜੀ, ਰਹਿਨੁਮਾਈ ਕੀਤੀ, ਕੁਝ ਕੋਸ਼ਿਸ਼ ਮੈਂ ਆਪੇ ਕੀਤੀ, ਔਰ ਉਹਦੇ ਥੋੜੇ ਬਹੁਤ ਸਮਰਾਤ ਵੀ ਆਣੇ ਸ਼ੁਰੂ ਹੋ ਗਏ। ਸੋ ਗਵਰਨਮੈਂਟ ਕਾਲਜ ਯੂਨੀਵਰਸਿਟੀ ਤੋਂ ਮੈਂ ਐਮਫਿਲ ਕੀਤਾ ਹੋਇਆ। ਔਰ ਸਭ ਤੋਂ ਪੁਰਾਣੀ ਡਰਾਮੈਟਿਕਸ ਕਲੱਬ ਜਿਹੜੀ ਪਾਕਿਸਤਾਨ 'ਚ ਮੰਨੀ ਜਾਂਦੀ ਹੈ, ਉਹ ਗਵਰਨਮੈਂਟ ਕਾਲਜ ਦੀ ਹੈ। ਮੈਂ ਉਹਦਾ ਇੱਕ ਐਕਟਿਵ ਮੈਂਬਰ ਰਿਹਾ ਹਾਂ। ਔਰ ਅਗਰ ਜੇ ਤੁਸੀਂ ਥੀਏਟਰ ਦੀ ਹੀ ਗੱਲ ਪਹਿਲੇ ਕਰਨੀ ਹੈ, ਤੇ ਮੈਂ ਉਹ ਸਾਂਝੀ ਕਰਨਾ ਚਾਹਾਂ। ਹਾਂਜੀ। ਮੈਂ ਤੇ ਮੇਰਾ ਇੱਕ ਦੋਸਤ, ਅਸੀਂ ਕਲਾਸ ਲੈਣ ਜਾ ਰਹੇ ਸਾਂ, ਤੇ ਰਸਤੇ 'ਚ ਪੋਸਟਰ ਲੱਗਾ ਸੀ ਕਿ ਔਨ ਕੈਂਪਸ ਆਡੀਸ਼ਨ ਹੋ ਰਹੇ ਨੇ, ਤੇ ਜਿਹਨੇ ਹਿੱਸਾ ਲੈਣਾ ਉਹ ਆ ਜਾਏ। ਠੀਕ ਹੈ। ਅਦੀਲ ਮੇਰੇ ਦੋਸਤ ਦਾ ਨਾਂ ਹੈ। ਮੈਨੂੰ ਅਦੀਲ ਨੂੰ ਪੁੱਛਿਆ, ਮੈਂ ਕਿਹਾ ਹਾਂ ਵੀ ਅਦੀਲ, ਦੀਲਾ ਮੈਨੂੰ ਕਹਿਣਾ, ਹਾਂ ਵੀ ਦੀਲੇ, ਕਿਉਂਕਿ ਉਹ ਨਾਲ ਫਰੈਂਕਨੈਸ ਹੈ। ਮੈਂ ਕਿਹਾ ਹਾਂ ਦੀਲੇ, ਕੀ ਕਰਨਾ? ਕਹਿੰਦਾ ਚੱਲਨੇ। ਮੈਂ ਕਿਹਾ ਠੀਕ ਹੈ। ਅਸੀਂ ਉੱਥੇ ਚਲੇ ਗਏ, ਬੁਖਾਰੀ ਆਡੀਟੋਰੀਅਮ ਜਾ ਕੇ ਬਹਿ ਗਏ। ਹੁਣ ਉੱਥੇ ਜਾ ਕੇ ਬਹਿ ਗਏ ਤੇ ਉਹ, ਮੈਂ ਤੇ ਕਦੀ ਥੀਏਟਰ ਜ਼ਿੰਦਗੀ 'ਚ ਨਹੀਂ ਸੀ ਕੀਤਾ ਹੋਇਆ। ਮੈਂ ਉਹਨੂੰ ਕੋਣੀ ਮਾਰਾਂ, ਮੈਨੂੰ ਮਾਰੇ। ਮੈਂ ਕਿਹਾ ਤੂੰ, ਉਹ ਕਹਿੰਦੀ ਤੂੰ ਪਹਿਲੇ ਜਾ। ਕਰਦੇ ਕਰਾਂਦੇ ਮੈਂ ਪਹਿਲੇ ਚਲਾ ਗਿਆ, ਔਰ ਮੈਂ ਪਹਿਲਾ ਪੈਰ ਧਰਿਆ ਸਟੇਜ ਦੇ ਉੱਤੇ ਜ਼ਿੰਦਗੀ 'ਚ ਪਹਿਲੀ ਦਫਾ। ਔਰ ਆਡੀਸ਼ਨ ਦਿੱਤਾ, ਔਰ ਮੇਰਾ ਜਿਹੜਾ ਹੈ ਉਹ ਇੱਕ ਲੰਮੀ ਲਿਸਟ ਲੱਗੀ, ਉਹਦੇ 'ਚ ਨਾਂ ਆ ਗਿਆ। ਫਿਰ ਉਸ ਤੋਂ ਬਾਅਦ ਜ਼ਾਹਿਰ ਸਾਡੀਆਂ ਵਰਕਸ਼ਾਪਸ ਹੁੰਦੀਆਂ ਨੇ, ਵਰਕਸ਼ਾਪਸ ਪੂਰੀਆਂ ਅਟੈਂਡ ਕੀਤੀਆਂ। ਫਿਰ ਫਾਈਨਲ ਲਿਸਟ 'ਚ ਨਾਂ ਆਇਆ। ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਪਹਿਲਾ ਐਨੂਅਲ ਪਲੇ ਆਇਆ, ਤੇ ਮੈਨੂੰ ਇਹ ਨਾ ਪਤਾ ਲੱਗਾ ਕਿ ਆਡੀਸ਼ਨ ਕਦੋਂ ਹੋਏ ਨੇ ਫਾਈਨਲ ਪਲੇ ਵਾਸਤੇ, ਯਾਨੀ ਕਰੈਕਟਰਸ ਦੀ ਸਿਲੈਕਸ਼ਨ ਵਾਸਤੇ। ਮੈਨੂੰ ਦੱਸਿਆ ਹੀ ਨਾ ਗਿਆ।
ਔਰ ਮੇਰੀ ਡਿਊਟੀ ਪ੍ਰੋਡਕਸ਼ਨ ਚ ਲਾ ਦਿੱਤੀ ਗਈ ਔਰ ਮੇਰੀ ਡਿਊਟੀ ਗੇਟ ਦੇ ਉੱਤੇ ਲਾ ਦਿੱਤੀ ਗਈ ਕਿ ਜਿਹੜੇ ਪ੍ਰਾਹੁਣੇ ਆਉਣਗੇ ਉਹਨਾਂ ਨੂੰ ਤੁਸੀਂ ਲੈ ਕੇ ਆਉਣਾ। ਮੈਂ अच्छा ਠੀਕ ਹੈ। ਜ਼ਾਹਿਰ ਹੈ I was junior हाँ, in the club as far as the acting is concerned। बिल्कुल ਮੈਂ ਕਿਹਾ ਜੀ ਠੀਕ ਹੈ। ਉਹ ਫਿਰ ਸਫ਼ਰ ਚੱਲਦਾ ਰਿਹਾ। ਉਸ ਤੋਂ ਬਾਅਦ ਇੱਕ ਖੇਲ ਸੀ, ਉਹਦਾ ਨਾਂ ਸੀ ਦ ਟਾਈਗਰ ਆਫ ਮੈਸੂਰ, ਸ਼ੇਰੇ ਮੈਸੂਰ ਉਹਨੂੰ ਅਸੀਂ ਕਹਿੰਦੇ। ठीक है ਤੇ ਉਹ ਬਾਇਲਿੰਗੁਅਲ ਉਹਨੂੰ ਅਸੀਂ ਖੇਲ ਕਵਾਂਗੇ ਦੀ ਵਜ੍ਹਾ ਹੈ ਕਿ ਉਰਦੂ ਔਰ ਅੰਗਰੇਜ਼ੀ ਦੇ ਵਿੱਚ ਸੀ ਉਹ। ਤੇ ਉਹ ਬਾਇਲਿੰਗੁਅਲ ਵੀ ਇਸ ਕਰਕੇ ਹੋਇਆ ਕਿ ਉਹਦੇ ਜਿਹੜਾ ਮੈਂ ਕਰੈਕਟਰ ਕੀਤਾ ਸੀ ਉਹ ਬਾਇਲਿੰਗੁਅਲ ਸੀ, ਬਾਕੀ ਸਾਰੇ ਉਰਦੂ ਹੀ ਸਨ। ठीक है ਤੇ ਮੈਂ ਇੱਕ ਫਰੰਗੀ ਦਾ ਕਿਰਦਾਰ ਅਦਾ ਕੀਤਾ ਸੀ ਔਰ ਪੰਜਾਬੀ ਮੁੰਡਾ ਹੋ ਕੇ ਵੀ ਮੈਂ ਗੋਰੇ ਦਾ ਕਰੈਕਟਰ ਕੀਤਾ ਔਰ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕੀਤੀ ਪ੍ਰੈਕਟਿਸ ਦੇ ਨਾਲ। ਤੇ ਉਹ ਇੱਕ ਕਾਮਯਾਬ ਸ਼ੋਅ ਰਿਹਾ ਔਰ ਡਰਾਮੈਟਿਕਸ ਦੀ ਹਿਸਟਰੀ ਦੇ ਵਿੱਚ ਸ਼ਾਇਦ ਪਹਿਲਾ ਖੇਲ ਹੈ ਜਿਹੜਾ 5 ਦਫਾ ਖੇਡਿਆ ਗਿਆ ਆਡੀਅנס ਵਾਸਤੇ। ਅੱਗੇ ਪਿੱਛੇ ਜਿਹੜੇ ਸਾਡੇ ਕੋਲ ਖੇਲ ਰਹੇ ਨੇ ਉਹ ਜ਼ਿਆਦਾਤਰ 3 ਦਿਨ ਹੁੰਦੇ ਨੇ ਸਾਡੇ। ਪਹਿਲਾ ਦਿਨ ਫੈਕਲਟੀ ਔਰ ਫੈਮਿਲੀ ਮੈਂਬਰਸ ਦਾ ਹੁੰਦਾ ਔਰ ਬਾਕੀ ਸਟੂਡੈਂਟਸ ਵਾਸਤੇ ਹੁੰਦੇ ਨੇ। ਤੇ ਇਹ 5 ਦਫਾ ਸਾਨੂੰ ਕਰਨਾ ਪਿਆ ਕਿਉਂਕਿ ਉਹਦੀ ਮਕਬੂਲੀਅਤ ਥੋੜੀ ਜ਼ਿਆਦਾ ਵੀ ਸੀ ਔਰ ਸਾਰੇ ਲੋਕ ਵੇਖ ਨਹੀਂ ਸਨ ਸਕੇ। ਸੋ ਉਹ ਇੱਕ ਕਾਮਯਾਬ ਚੀਜ਼ ਮੇਰੇ ਵਾਸਤੇ ਰਹੀ। ਉਸ ਤੋਂ ਬਾਅਦ ਫਿਰ ਜਿਹੜਾ ਖੇਡ ਹੁੰਦਾ ਉਹ ਸਾਡੇ ਕੋਲ ਹੁੰਦਾ ਰਈਸ ਦੇ ਨਾਂ ਤੋਂ। ਸ਼ੇਕਸਪੀਅਰ ਦਾ ਇੱਕ ਅੰਗਰੇਜ਼ੀ ਖੇਡ ਸੀ, ਉਹਦਾ ਉਰਦੂ ਤਰਜਮਾ ਸੀ। ਉਹਦੇ ਵਾਸਤੇ ਮੈਂ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਖੇਲ ਆਇਆ ਸੀ ਉਹ ਸੀ ਜਨਾਬ ਮਿਰਜ਼ਾ ਅਤਰ ਬੇਗ ਸਾਹਿਬ ਦਾ ਲਿਖਿਆ ਪੰਜਾਬੀ ਖੇਡ ਸੀ, ਉਹਦਾ ਨਾਂ ਸੀ ਆਖਰੀ ਸ਼ੋਅ। ठीक है ਤੇ ਉਹਦੇ ਵਿੱਚ ਜਨਾਬ ਮੈਨੂੰ ਫਿਰ ਮੇਨ ਕਰੈਕਟਰ 4 ਸਾਲ ਦੀ ਕਹਿ ਲਓ ਇੱਕ ਹਿਸਾਬ ਦੀ ਰਿਆਜ਼ਤ ਸਟੇਜ ਦੇ ਉੱਤੇ ਥੱਲੇ ਅੰਦਰ ਬਾਹਰ ਤੇ ਫਿਰਨ ਤੋਂ ਬਾਅਦ ਮਿਲ ਗਏ। ਸੋ ਮੇਨ ਕਰੈਕਟਰ ਜਿਹੜਾ ਹੈ ਉਸ ਖੇਡ ਦੇ ਵਿੱਚ ਮੈਂ ਕੀਤਾ ਔਰ ਇਟ ਵਾਸ ਕੁਆਇਟ ਐਕਸਾਈਟਿੰਗ ਕਿ ਮੈਂ ਇੱਕ ਜੇਬ ਕਤਰੇ ਦਾ ਕਿਰਦਾਰ ਅਦਾ ਕਰ ਰਿਹਾ ਸੀ ਕਿਉਂਕਿ ਖੇਡ ਦੇ ਵਿੱਚ ਜਿਹੜਾ ਮੇਨ ਕਰੈਕਟਰ ਸੀ ਉਹ ਜੇਬ ਕਤਰਾ ਪਿਕ ਪਾਕਟ ਸੀ। अच्छा ठीक है ਉਹ ਵੀ ਇੱਕ ਕਾਮਯਾਬ ਸ਼ੋਅ ਸਾਡਾ ਰਿਹਾ। ਫਿਰ ਮੈਂ ਕੁਝ ਐਨਜੀਓਜ਼ ਦੇ ਨਾਲ ਵੀ ਕੰਮ ਕੀਤਾ ਥੀਏਟਰ ਵਾਸਤੇ, ਮਾਰਜਨਲਾਈਜ਼ਡ ਸੁਸਾਇਟੀ ਕਮਿਊਨਿਟੀਜ਼ ਔਰ ਟਰਾਂਸਜੈਂਡਰਸ ਔਰ ਬਾਕੀ ਲੋਕ ਜਿਹੜੇ ਨੇ ਉਹਨਾਂ ਨੂੰ ਥੀਏਟਰ ਸਿਖਾਉਣਾ ਔਰ ਉਹਨਾਂ ਨੂੰ ਕੋਸ਼ਿਸ਼ ਕਰਨਾ ਕਿ ਉਹ ਨਾਰਮਲ ਜਿਹੜੇ ਇਨਸਾਨ ਨੇ ਉਹਨਾਂ ਦੀ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰਨ ਔਰ ਉਹਨਾਂ ਦਾ ਹਿੱਸਾ ਬਣਨ ਔਰ ਆਪਣੇ ਆਪ ਨੂੰ ਨਾਰਮਲ ਫੀਲ ਕਰਨ। ਇਹ ਐਨਜੀਓ ਦਾ ਇਨੀਸ਼ੀਏਟਿਵ ਸੀ। ਉੱਥੇ ਮੈਂ ਵਰਕਸ਼ਾਪਸ ਦਿੱਤੀਆਂ ਔਰ ਇੱਕ ਖੇਡ ਮੈਂ ਲਿਖਿਆ ਮਸਬਤ ਦੇ ਨਾਂ ਤੋਂ। ਉਹਦਾ ਮਤਲਬ ਕੋਰ ਹੈ ਸੀ, ਟੌਪਿਕ ਹੈ ਸੀ HIV ਔਰ ਏਡਸ ਦੇ ਬਾਰੇ ਅਵੇਅਰਨੈਸ ਸੀ ਕਿਉਂਕਿ ਸਾਡੇ ਮੁਲਕ 'ਚ ਤੁਹਾਨੂੰ ਪਤਾ ਹੈ HIV ਦੇ ਬਾਰੇ ਖਸੂਸਨ ਸਟਿਗਮੇਟਾਈਜ਼ ਕੀਤਾ ਗਿਆ ਇਸ ਬਿਮਾਰੀ ਨੂੰ ਔਰ ਜਿਹਦੀ ਵਜ੍ਹਾ ਤੋਂ ਉਹਦੇ ਫੈਲਾਅ ਦੇ ਵਿੱਚ ਜਿਹੜਾ ਹੈ ਉਹ ਤੇਜ਼ੀ ਆਈ ਔਰ ਉਹਨੂੰ ਰੋਕਣ ਵਿੱਚ ਮਸਲੇ ਪੈਦਾ ਹੋਏ। ਤਾਂ ਉਹ ਲਾਹੌਰ ਦੇ ਵਿੱਚ ਅਸੀਂ 3 ਸ਼ੋਅਸ ਕੀਤੇ। ਇਸ ਤੋਂ ਇਲਾਵਾ ਵੀ ਕਾਫੀ ਛੋਟੇ ਵੱਡੇ ਪ੍ਰੋਜੈਕਟਸ ਥੀਏਟਰ ਦੇ ਹਵਾਲੇ ਨਾਲ ਜਿਹੜਾ ਹੈ ਉਹ ਮੈਂ ਕਰਦਾ ਰਿਹਾ ਪੈਂਡੈਮਿਕ ਤੋਂ ਪਹਿਲੇ ਤੱਕ। ਤੇ ਥੀਏਟਰ ਦੀ ਤੇ ਟੋਟਲ ਕਹਾਣੀ ਹੈ। अच्छा ਇੱਥੇ ਅਸੀਂ ਹੁਣ ਮੈਂ ਤੁਹਾਨੂੰ ਦੱਸਾਂ ਕਿ ਥੀਏਟਰ ਦੀ ਕਹਾਣੀ ਬੜੀ ਤੁਹਾਡੀ ਜ਼ਬਰਦਸਤ ਕਿਸਮ ਦੀ ਕਹਾਣੀ ਹੈ। ਇੱਕ ਮੁੰਡਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਐਸ ਕੰਪੇਅਰ ਟੂ ਲਾਹੌਰ, ਵੈਸੇ ਤੇ ਮੇਰੇ ਪਰਸਨਲ ਪੁਆਇੰਟ ਆਫ ਵਿਊ ਨਾਲ ਤੇ ਮੈਨੂੰ ਕੋਈ ਚੀਜ਼ ਦਾ ਫਰਕ ਨਹੀਂ ਲੱਗਦਾ, ਮੈਨੂੰ ਸਾਰੇ ਸ਼ਹਿਰ ਇੱਕੋ ਜਿਹੇ ਲੱਗਦੇ ਨੇ ਕਿਉਂਕਿ ਮੈਂ ਦੇਖਣੀ ਹੈ ਟੈਲੈਂਟ। ਮੈਂ ਉਹ ਇਹ ਨਹੀਂ ਕਹਿੰਦੀ ਕਿ ਨਹੀਂ ਜੀ, ਲੇਕਿਨ ਚਲੋ ਇੱਕ ਜਨਰਲਾਈਜ਼ ਲੋਕ ਸਮਝਦੇ ਆ ਕਿ ਜਿਸ ਤਰ੍ਹਾਂ ਸਿਆਲਕੋਟ ਨਿਸਬਤਨ ਲਾਹੌਰ ਤੋਂ ਛੋਟਾ ਸ਼ਹਿਰ ਸੀ, ਉਸ ਸ਼ਹਿਰ ਇੱਕ ਇੱਕ ਬੱਚਾ ਆਉਂਦਾ ਹੈ ਔਰ ਉਹ ਪਹਿਲੀ ਦਫਾ ਸਟੇਜ ਤੇ ਪੈਰ ਰੱਖਦਾ ਤੇ ਫਿਰ ਉਹ ਕਿਉਂਕਿ ਸਭ ਤੋਂ ਜੂਨੀਅਰ ਹੁੰਦਾ ਹੈ ਤੇ ਉਹ ਮਹਿਮਾਨਾਂ ਨੂੰ ਰਿਸੀਵ ਕਰਦਾ, ਲੇਕਿਨ ਉਹ ਆਪਣਾ ਆਪ ਮਨਵਾ ਲੈਂਦਾ ਹੈ ਆਪਣੇ ਇੱਕ ਇਨਬੋਰਨ ਟੈਲੈਂਟ ਔਰ ਇੱਕ ਕੋਈ ਲਰਨਰ ਤੁਸੀਂ ਜ਼ਰੂਰ ਹੋਵੋਗੇ, ਆਈ ਐਮ ਸ਼ੋਰ ਅਬਾਊਟ ਦੈਟ, ਕਿਉਂਕਿ ਇੰਨੀ ਜਲਦੀ ਕੋਈ ਸਿੱਖਦਾ ਨਹੀਂ ਹੈ। ਠੀਕ ਹੈ, ਹੁਣ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਨਾ ਤੇ ਮੈਂ ਐਵੇਂ ਚਲੋ ਥੋੜੀ ਜਿਹੀ ਤਾਰੀਫ ਆਪਣੀ ਵੀ ਕਰ ਲਾਂ ਕਿ ਮੈਂ ਤੁਹਾਡੇ ਕੋਲੋਂ ਵੀ ਬਹੁਤ ਜਲਦੀ ਪਿਕ ਕਰਾਂਗੀ ਚੀਜ਼। ਇਹ ਕੋਈ ਮੇਰੀ ਖਾਸੀਅਤ ਨਹੀਂ ਹੈ ਬਟ ਇਹ ਗੋਡ ਗਿਫਟਡ ਚੀਜ਼ ਹੁੰਦੀ ਹੈ ਜਿਹੜੀ ਇਹ ਅੱਲਾ ਨੇ ਕਈਆਂ ਨੂੰ ਦੇ ਦਿੱਤੀ, ਖੁਦਾ ਨੇ ਸਭ ਨੂੰ ਬਹੁਤ ਕੁਝ ਦਿੱਤਾ ਹੁੰਦਾ, ਕੋਈ ਕਮੀ ਜ਼ਿਆਦਤੀ ਹੁੰਦੀ ਹੈ ਨਾ ਤੇ ਉਹਦੇ ਵਿੱਚ ਜਿਹੜੀ ਕੋਈ ਨਾ ਕੋਈ ਕੁਆਲਿਟੀ ਇੱਕ ਐਕਸਟਰਾ ਜ਼ਰੂਰ ਰੱਖੀ ਹੁੰਦੀ ਹੈ। ਇਹ ਗੱਲ ਹੁੰਦੀ ਹੈ ਕਿ ਕੋਈ ਇਨਸਾਨ ਉਹਦੀ ਖੋਜ ਕਿਦੋਂ ਕਰਦਾ ਆਪਣੇ ਅੰਦਰ ਤੋਂ। ਤੇ ਅਸੀਂ ਇਹ ਪਰਫਾਰਮਿੰਗ ਆਰਟ ਦਾ ਬੜਾ ਜ਼ਬਰਦਸਤ ਹੈ। ਤੁਹਾਨੂੰ ਪਤਾ ਅੱਜ ਤੋਂ ਕੋਈ ਮੇਰਾ ਖਿਆਲ ਹੈ ਇਹ 88 ਦੇ ਜਾਂ 86 ਦੇ ਸੈਸ਼ਨ 'ਚ ਅਸੀਂ ਲਾਹੌਰ ਕਾਲਜ ਦੀ ਹਿਸਟਰੀ 'ਚ ਪਹਿਲੀ ਦਫਾ ਸ਼ੇਕਸਪੀਅਰ ਦਾ ਪਲੇ ਸਾਡੇ ਬੈਚ ਨੇ, ਗ੍ਰੈਜੂਏਟ ਬੈਚ ਨੇ ਪਰਫਾਰਮ ਕੀਤਾ ਸੀ ਔਰ ਉਸ ਵਕਤ ਐਡੀ ਵੱਡੀ ਗੱਲ ਸੀ ਕਿ ਇਹ ਬ੍ਰਿਟਿਸ਼ ਕੌਂਸਲ ਵਾਲੇ ਤੇ ਇਹ ਅਮਰੀਕਨ ਸੈਂਟਰ ਵਾਲੇ ਔਰ ਅਖਬਾਰਾਂ 'ਚ ਕੋਈ ਬੜੀ ਚੀਜ਼ ਹੋਈ ਸੀ
ਔਰ ਸਾਨੂੰ ਉਸ ਵਕਤ ਗਾਈਡ ਕੀਤਾ ਸੀ ਸਮੀਨਾ ਅਹਿਮਦ ਤੇ ਉਸਮਾਨ ਪੀਰਜ਼ਾਦਾ ਨੇ। ਵਾਲਿਦ ਸਾਹਿਬ ਉਦੋਂ ਰੇਡੀਓ 'ਚ ਹੁੰਦੇ ਸੀ ਤੇ ਮੈਂ ਪਿੱਛੇ ਪਈ ਹੋਈ ਸਾਂ, ਨਹੀਂ ਅਸੀਂ ਕਰਨਾ ਹੈ ਕਰਨਾ। ਔਰ ਸ਼ੇਕਸਪੀਅਰ ਦੀ ਲੈਂਗੁਏਜ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਪਏ, ਬੜਾ ਔਖਾ ਕੰਮ ਹੈ ਉਹਨੂੰ, ਉਹਦੇ ਡਾਇਲੌਗ ਹੈ ਨਾ, ਉਹ ਜਿਹੜੇ ਉਹਦੇ ਡਾਇਲੌਗ, ਜਿਹੜੇ ਉਹਦੇ ਓਰੀਜਨਲ ਜਿਹੜੇ ਡਾਇਲੌਗ ਉਸੇ ਤਰ੍ਹਾਂ ਉਹਨੂੰ ਬੋਲਣਾ ਤੇ ਉਹਦੀ ਲੈਂਗੁਏਜ ਨੂੰ ਕਰਨਾ। ਬਹਰਹਾਲ ਇਹ ਜਿਹੜਾ ਦੇਖੋ, ਅਗਰ ਅਸੀਂ ਆਪਣੇ ਟਾਈਮ ਤੇ ਕੀਤਾ ਤੇ ਤੁਸੀਂ ਅੱਜ ਦੀ ਪੀੜ੍ਹੀ 'ਚੋਂ ਕੰਮ ਕੀਤਾ, ਔਰ ਤੁਸੀਂ ਅਗਰ ਕੁਝ ਸਾਲ ਪਹਿਲੇ 3-4 ਸਾਲ ਕੋਈ ਅੱਡੇ ਗੱਲ ਨਹੀਂ ਹੁੰਦੀ, ਲੇਕਿਨ ਤੁਹਾਡੇ ਆਉਣ ਵਾਲੇ ਜਿਸ ਤਰ੍ਹਾਂ ਤੁਸੀਂ ਸਿਖਾ ਰਹੇ ਹੋ, ਔਰ ਜਿਸ ਤਰ੍ਹਾਂ ਥੀਏਟਰ ਦੇ ਨਾਲ ਤੁਸੀਂ ਜਿਹੜਾ ਸੋਸ਼ਲ ਕਾਜ਼ ਵੀ ਆਪਣਾ ਪੂਰਾ ਕਰ ਰਹੇ ਹੋ, ਜਿਸ ਤਰ੍ਹਾਂ ਟ੍ਰਾਂਸਜੈਂਡਰ ਦਾ ਤੁਸੀਂ ਕਰ ਰਹੇ ਹੋ, ਆਈ ਰੀਲੀ ਸਲੂਟ ਯੂ। ਕਿਉਂਕਿ ਮੈਂ ਸਮਝਦੀ ਹਾਂ ਕਿ ਤੁਹਾਡਾ ਜਿਹੜਾ ਰੈਫਰੈਂਸ ਦਿੱਤਾ ਗਿਆ ਨਾ, ਉਹ ਇੱਕ ਐਸੀ ਬੰਦੀ ਨੇ ਦਿੱਤਾ ਜਿਹੜੀ ਨੌਜਵਾਨ ਨਸਲ ਨੂੰ ਨਾ ਉਹ ਇੰਨਾ ਪ੍ਰਮੋਟ ਕਰਦੀਆਂ। ਨੁਜ਼ਰਤ ਆਕਸਫੋਰਡ ਵਾਲੇ ਮੇਰੀ ਮੁਰਸ਼ਦ ਨੇ, ਮੇਰੀ ਬਹੁਤ ਗਾਈਡਲਾਈਨ ਜਿਹੜਾ ਵੀ ਮੈਂ ਉਹਨਾਂ ਕੋਲ ਇੰਗਲੈਂਡ ਦੇ ਵਿੱਚ ਉਹਨਾਂ ਦੇ ਨਾਲ ਸਭ ਕੁਝ ਸਿੱਖ ਰਹੀ ਹਾਂ। ਤੇ ਉਹਨਾਂ ਨੇ ਕਿਹਾ ਕਿ, ਔਰ ਮੈਂ ਖੁਦ ਵੀ ਉਹਨਾਂ ਦੀ ਹੀ ਫੋਲੋਵਰ ਹਾਂ, ਕਿ ਨੌਜਵਾਨ ਨਸਲ ਨੂੰ ਨਾ ਸਾਨੂੰ ਦਿਲ ਵੱਡੇ ਰੱਖਣੇ ਚਾਹੀਦੇ ਆ। ਵੀ ਦੇਖੋ ਨਾ, ਅਸੀਂ ਹੁਣ ਹੇਠਲੇ ਪਾਸੇ ਹੌਲੀ ਹੌਲੀ ਟਾਈਮ ਗੁਜ਼ਰਦਾ ਪਿਆ ਤੇ ਅਸੀਂ ਆਪਣੀ ਜਗ੍ਹਾ ਤੋਂ ਦੂਸਰਿਆਂ ਨੂੰ ਜਗ੍ਹਾ ਦੇ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਥੋੜਾ ਦਿਲ ਵੱਡੇ ਰੱਖਣੇ ਚਾਹੀਦੇ ਨੇ, ਕਿ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਥੋੜਾ ਨਾਲ ਨਾਲ ਅਸੀਂ ਟ੍ਰੇਨਡ ਕਰੀਏ। ਥੀਏਟਰ ਤੋਂ ਜੋ ਮੈਂ ਤੁਹਾਡੇ ਇੱਧਰ ਆ ਜਾਵਾਂ, ਜਿਹੜਾ ਤੁਸੀਂ ਸ਼ਾਰਟ ਸਟੋਰੀਜ਼ ਲਿਟਰੇਰੀ ਮੈਗਜ਼ੀਨ 'ਚ ਕੀਤੀਆਂ ਨੇ, ਔਰ ਉਹ ਜਿਹੜਾ ਤੁਸੀਂ, ਮੈਂ ਥੋੜਾ ਜਿਹਾ ਖਵਾਤੀਨੋ ਹਜ਼ਰਾਤ ਤੁਹਾਨੂੰ ਦੱਸਦਾਂ ਕਿ ਕਾਗਜ਼ੀ ਜਿਹੜਾ ਉਹਦੇ ਵਿੱਚ, ਉਹਦੇ ਬਾਅਦ ਰਾਵੀ 'ਚ, ਉਹਦੇ ਬਾਅਦ ਫਰਾਜ਼ 'ਚ, ਉਹਦੇ ਬਾਅਦ ਰਾਵੀ ਪੰਜਾਬੀ ਸੈਕਸ਼ਨ 'ਚ, ਉਹਦੇ ਬਾਅਦ ਇੰਟਰਨੈਸ਼ਨਲ ਪੰਜਾਬੀ, ਉਹਦੇ ਬਾਅਦ ਸਿਰਜੀਨਾ ਦੇ ਵਿੱਚ, ਉਹਦੇ ਬਾਅਦ ਫਰਸਟ ਪੋਜੀਸ਼ਨ ਇਨ ਸ਼ਾਰਟ ਸਟੋਰੀ ਰਾਈਟਿੰਗ ਕੰਪੀਟੀਸ਼ਨ ਐਟ ਲੰਬਸ ਲਾਹੌਰ 2018 'ਚ ਉਸਮਾਨ ਨੇ ਪੋਜੀਸ਼ਨ ਲਈ। ਉਹਦੇ ਬਾਅਦ ਸ਼ਾਰਟ ਸਟੋਰੀ ਇਨ ਮਜਲਿਸ ਇਕਬਾਲ GCU ਯੂਨੀਵਰਸਿਟੀ, ਗਵਰਨਮੈਂਟ ਕਾਲਜ ਯੂਨੀਵਰਸਿਟੀ ਜਿਹੜਾ। ਉਹਦੇ ਬਾਅਦ ਨੰਬਰ ਆਫ ਸ਼ਾਰਟ ਸਟੋਰੀ ਪੰਜਾਬੀ ਸੰਗਤ ਵਿੱਚ ਤੇਲਾਕ 'ਚ ਇਹਨਾਂ ਦੀਆਂ ਸ਼ਾਰਟ ਸਟੋਰੀਆਂ ਆ ਚੁੱਕੀਆਂ। ਕਿਆ ਅਮੇਜ਼ਿੰਗ ਕੰਟਰੀਬਿਊਸ਼ਨ ਹੈ। ਔਰ ਲਾਹੌਰ ਆਰਟਸ ਫੋਰਮ ਦੇ ਉੱਤੇ, ਉਹਦੇ ਬਾਅਦ PWA ਲਾਹੌਰ ਦੇ ਵਿੱਚ ਵੀ ਕੀਤਾ। ਔਰ ਸਿਰਫ ਇਹ ਹੀ ਨਹੀਂ, ਐਜ਼ ਏ ਕ੍ਰਿਟਿਕ ਜਿਹੜਾ ਹੈ ਉਹ ਵੀ ਕੰਮ ਕੀਤਾ ਹੈ, ਔਰ ਤਖਲੀਕ ਔਰ ਤਸਦੀਰ ਦੇ ਵਿੱਚ ਵੀ ਇਹਨਾਂ ਦੇ ਲਿਟਰੇਰੀ ਜਰਨਲਸ ਜਿਹੜੇ ਉਹਨਾਂ ਦੇ ਵਿੱਚ ਇਹਨਾਂ ਦਾ ਕ੍ਰਿਟੀਕਲ ਕੰਮ ਆ ਚੁੱਕਿਆ ਹੈ। ਪਲੇ ਰਾਈਟਰ ਵੀ ਹੈਗੇ ਨੇ, ਔਰ ਵਨ ਐਕਟ ਪਲੇ ਤੇ ਡਿਫਰੈਂਟ ਕੰਮ ਜਿਹੜੇ ਨੇ ਉਹ ਵੀ ਕਰ ਚੁੱਕੇ ਹੈ। ਔਰ ਇਹਦੇ ਬਾਅਦ ਡਾਇਰੈਕਸ਼ਨ ਜਿਸ ਤਰ੍ਹਾਂ ਦੱਸਦੇ ਪਏ ਨੇ, ਪ੍ਰੋਡਕਸ਼ਨਸ ਵੀ ਕਰ ਚੁੱਕੇ ਨੇ, ਰੇਡੀਓ ਬ੍ਰੌਡਕਾਸਟਰ ਵੀ ਨੇ। ਔਰ ਦੇਖੋ MPhil ਇਹਨਾਂ ਨੇ ਉਰਦੂ ਲਿਟਰੇਚਰ 'ਚ ਕੀਤਾ, ਮਾਸਟਰਸ ਉਰਦੂ ਲਿਟਰੇਚਰ 'ਚ ਕੀਤਾ, ਔਰ 3rd ਪੋਜੀਸ਼ਨ ਇਹਨਾਂ ਦੀ ਉਰਦੂ ਵਿੱਚ ਆ ਚੁੱਕੀ ਹੈ। ਔਰ ਹੁਣ ਉਹਨਾਂ ਨੇ ਡਿਪਲੋਮਾ ਕੀਤਾ ਫਿਲਮ ਐਂਡ ਟੈਲੀਵਿਜ਼ਨ ਫਰੋਮ NCA ਲਾਹੌਰ। ਤੇ ਜਨਾਬੇ ਵਾਲਾ ਇਹ ਸਾਡੇ ਕੋਲ ਜਿਹੜਾ ਅੱਜ ਦਾ ਤੁਸੀਂ ਦੇਖ ਰਹੇ ਹੋ ਕਿ ਮਹਿਮਾਨ ਮੈਂ ਤੇ ਉਹਨਾਂ ਨੂੰ ਤੇ ਜਿਹੜਾ ਕੰਮ ਕਰਨਾ ਹੀ ਹੈ, ਬੋਲਣਾ ਹੀ ਹੈ, ਤੇ ਸਾਨੂੰ ਥੋੜਾ ਜਿਹਾ ਪ੍ਰੋਬਲਮ ਦਿੰਦਾ ਪਿਆ। ਲੈਂਡਸਕੇਪ ਤੇ ਆ ਜਾਓ ਉਸਮਾਨ। ਲੈਂਡਸਕੇਪ ਹੀ ਕੀਤਾ ਹੋਇਆ, ਪਤਾ ਨਹੀਂ। ਹਾਂਜੀ ਚਲੋ ਜੀ, ਹੁਣ ਤੁਹਾਡੇ ਥੀਏਟਰ ਤੋਂ ਮੈਂ ਆ ਜਾ। ਅਗਰ ਤੁਹਾਡੇ ਇਹ ਜਿਹੜਾ ਕੰਮ ਤੁਸੀਂ ਪ੍ਰੋਡਕਸ਼ਨ ਦਾ ਤੇ ਉਹਦਾ ਦੱਸੋ ਕਿ ਉਹ ਤੇ ਤੁਸੀਂ ਡਰਾਮਾ ਔਰ ਸਭ ਕੁਝ, ਜਿਹੜੇ ਸ਼ਾਰਟ ਸਟੋਰੀ ਦਾ ਵੀ ਤੁਸੀਂ ਪੋਜੀਸ਼ਨ ਲਈ ਲੰਬਸ ਦੇ ਵਿੱਚ, ਲਿਖਣ ਦਾ ਜਿਹੜਾ ਕੰਮ ਹੈ ਇਹ ਵੀ ਤੁਸੀਂ ਆਪਣਾ ਨਾਲ ਪੰਜਾਬੀ ਦੇ ਵੀ ਜੋੜਿਆ ਹੋਇਆ। ਕਿਸ ਤਰ੍ਹਾਂ? ਸ਼ਾਰਟ ਸਟੋਰੀ ਦਾ ਹੈ ਕਿ ਬਚਪਨ ਤੋਂ ਹੀ ਮਤਲਬ ਥੋੜਾ ਟਿਪੀਕਲ ਜਿਹਾ। ਕੋਈ ਗੱਲ ਨਹੀਂ, ਟਿਪੀਕਲ ਕੀ ਹੈ ਦੱਸੋ, ਜੋ ਵੀ ਹੈ। ਅਗੇਨ ਖਵਾਤੀਨ ਹਜ਼ਰਾਤ, ਕੀ ਕਰੀਏ ਫਿਰ, ਆਪਣਾ ਸਾਡਾ ਅੰਡਰ ਡਿਵੈਲਪ ਕੰਟਰੀ ਦਾ ਇੰਟਰਨੈਟ ਹੈ, ਔਰ ਫਿਰ ਹੋ ਗਿਆ ਦਾ ਜੀ ਟਾਈਮ ਉੱਥੇ ਇਸ ਵਕਤ 11 ਵਜੇ ਦੇ ਟਾਈਮ ਨੇ ਪਾਕਿਸਤਾਨ ਦੇ ਵਿੱਚ, ਉਹ ਸਾਰੀ ਦੁਨੀਆ ਹੀ ਇੰਟਰਨੈਟ ਤੇ ਬੈਠੀ ਹੁੰਦੀ ਹੈ। ਕੀ ਕਰਨ ਵਿਚਾਰੇ ਲੋਕ ਵੀ। ਹੁਣ ਸ਼ਾਮ ਦਾ ਟਾਈਮ ਹੈ ਤੇ ਕਿਸੇ ਤੇ ਚੀਜ਼ ਦੇ ਨਾਲ ਕਿਉਂਕਿ ਹੁੰਦੇ ਹੋ ਗਿਆ
ਇਹ ਸਾਰਾ ਵਰਚੁਅਲ ਦੁਨੀਆ ਹੋ ਗਈ ਹੈ। ਕੋਈ ਆਪਣੇ ਪਿਆਰਿਆਂ ਨਾਲ ਗੱਲ ਕਰ ਰਿਹਾ ਹੋਏਗਾ, ਕੋਈ ਆਪਣਾ ਕੰਮ ਕਰ ਰਿਹਾ ਹੋਏਗਾ, ਕੋਈ ਹਜ਼ਾਰ ਲੱਖ ਸਿਲਸਿਲੇ ਹੁੰਦੇ ਨੇ ਠੀਕ ਹੈ ਨਾ। ਤੇ ਅਸੀਂ ਵੇਟ ਕਰ ਰਹੇ ਹਾਂ ਅਗੇਨ ਆਪਣੇ ਅਲੀ ਉਸਮਾਨ ਬਾਜਵਾ ਦਾ, ਤੇ ਉਹ ਜਿਸ ਤਰ੍ਹਾਂ ਹੀ ਸਾਡੇ ਨਾਲ ਕਨੈਕਟ ਹੁੰਦੇ ਨੇ, ਦੇਖੋ ਕਿੰਨਾ ਇੰਪੋਰਟੈਂਟ ਹੈ ਕਿ ਸਾਡੇ ਜਿਹੜੇ ਨੇ ਅੱਜ ਦੀ ਪੀੜ੍ਹੀ ਦੇ ਬੱਚੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਡਿਸਕਵਰ ਕਰਦੇ ਪਏ ਨੇ ਔਰ ਕੰਮ ਕਰਦੇ ਪਏ ਨੇ। ਔਰ ਉਹ ਕਹਿੰਦੇ ਨੇ ਨਾ, ਜ਼ਰਾ ਨਮ ਹੋ ਤੋ ਇਹ ਮਿੱਟੀ ਬੜੀ ਜ਼ਰਖੇਜ਼ ਹੈ। ਇਹ ਸਾਡੀ ਜਿਹੜੀ ਮਿੱਟੀ ਹੈ, ਜਿਹੜੀ ਸਾਡੀ ਪੌਦ ਹੈ। ਅੱਛਾ, ਮੈਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਆਪਣੀ ਆਉਣ ਵਾਲੀ ਪੀੜ੍ਹੀਆਂ ਕੋਲ। ਇਹ ਨਹੀਂ ਕਿ ਮੈਂ ਕਿਸੇ ਆਈਡੀਅਲ ਦੁਨੀਆ 'ਚ ਰਹਿੰਦੀ ਹਾਂ। ਮੈਨੂੰ ਨਜ਼ਰ ਆਉਂਦਾ ਹੈ ਕਿ ਇਹਨਾਂ ਦੇ ਵਿੱਚ ਬਹੁਤ ਉਹ ਕੀ ਕਹਿੰਦੇ ਨੇ, ਬਹੁਤ 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 ਪੋਟੈਂਸ਼ੀਅਲ ਹੈ। ਔਰ ਉਸ ਪੋਟੈਂਸ਼ੀਅਲ ਨੂੰ ਇਹ ਯੂਜ਼ ਵੀ ਕਰਦੇ ਨੇ। ਔਰ ਇਹ ਪੋਟੈਂਸ਼ੀਅਲ ਦਾ ਤੁਸੀਂ ਦੇਖੋ ਬੇਸ਼ੁਮਾਰ ਜਿਹੜੀਆਂ ਨੇ ਨਾ ਜੀ। I'm so sorry, ਮੇਰਾ ਨਹੀਂ ਕੋਈ ਸੌਰੀ ਕਹਿਣ ਦੀ ਜ਼ਰੂਰਤ ਨਹੀਂ। ਤੁਸੀਂ ਸਾਨੂੰ ਦੱਸੋ ਜੀ ਸ਼ਾਰਟ ਸਟੋਰੀ ਦੀ ਗੱਲ ਇਹ ਤੇ ਤੁਹਾਡਾ ਕਸੂਰ ਹੀ ਕੋਈ ਨਹੀਂ ਹੈ, ਇਹਦੇ ਚ ਸੌਰੀ ਵਾਲੀ ਗੱਲ ਕਿਹੜੀ ਹੈ? ਫਿਰ ਮਸਲਾ ਹੋ ਗਿਆ। ਚਲੋ ਕੋਈ ਗੱਲ ਨਹੀਂ। ਅੱਛਾ, ਇਹ ਮਸਲਾ ਉਹੀ ਹੈ ਕਿ ਇਹ ਟਾਈਮ ਜਿਹੜਾ ਹੈਗਾ ਨਾ, ਜਿਹੜਾ ਅਸੀਂ ਰਿਕਾਰਡਿੰਗ ਦਾ ਰੱਖਿਆ ਹੈ, ਉਹਦੇ ਵਿੱਚ ਨੈਟ ਪ੍ਰੋਬਲਮ ਚੱਲ ਰਹੀ ਹੈ ਉੱਥੇ। ਚਲੋ ਦੇਖਦੇ ਹਾਂ ਕੀ ਸਿਲਸਿਲਾ ਬਣਦਾ ਹੈ। ਤੇ ਤੁਸੀਂ ਦੇਖੋ ਜੀ, ਸਾਡੇ ਪੰਜਾਬ ਦੀ ਰਹਿਤਲ, ਸਾਡੇ ਪੰਜਾਬ ਦੇ ਹਰੇ ਭਰੇ ਖੇਤ, ਤੇ ਇਹ ਜਿਹੜਾ ਪਾਣੀ ਦਾ ਟਿਊਬਵੈੱਲ ਲੱਗਾ ਹੋਇਆ, ਆਏ ਹਾਏ, ਪਾਣੀ ਜਿਸ ਤਰ੍ਹਾਂ ਚੱਲ ਰਿਹਾ ਛੱਲਾ ਮਾਰਦਾ ਤੇ ਜ਼ਮੀਨਾਂ ਨੂੰ ਪਾਣੀ ਮਿਲਦਾ ਪਿਆ, ਇਹਦੀ ਕੀ ਬਾਤ ਹੈ। ਔਰ ਦੁੱਖ ਦੀ ਸਿਰਫ ਇੰਨੀ ਕੁ ਗੱਲ ਹੈ ਕਿ ਜਿਹੜਾ ਪਾਣੀ ਦੇ ਕੇ ਤੇ ਜਿਹੜੇ ਸਾਡੇ ਕਿਸਾਨ ਭਰਾ ਇਹ ਖਾਣ ਦਾ ਸਾਨੂੰ ਦਿੰਦੇ ਆ, ਤੇ ਉਹਨਾਂ ਨੂੰ ਕੀ ਮਿਲਦਾ? ਉਹਨਾਂ ਨੂੰ ਸ਼ਾਇਦ ਉਹਨਾਂ ਵੀ ਨਹੀਂ ਮਿਲਦਾ ਜਿੰਨੀ ਉਹ ਮਿਹਨਤ ਕਰਦੇ ਆ। ਤੇ ਜਿਹੜੇ ਮੁਆਸ਼ਰਿਆਂ ਦੇ ਵਿੱਚ ਇੰਝ ਦੀਆਂ ਨਾਇਨਸਾਫੀਆਂ ਹੋਣ, ਉਹਨਾਂ ਨਾਇਨਸਾਫੀਆਂ ਦੇ ਵਾਸਤੇ ਸਾਨੂੰ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ। ਇਹ ਗੱਲ ਨਹੀਂ ਹੈ ਕਿ ਅਸੀਂ ਅਗਰ ਆਪਣੇ ਘਰ 'ਚ ਖੁਸ਼ ਹਾਂ ਜਾਂ ਸਾਡੇ ਤੇ ਕੋਈ ਕਰਮ ਨਵਾਜ਼ੀ ਰੱਬੋਂ ਹੋ ਗਈ ਹੈ ਤੇ ਅਸੀਂ ਕਹੀਏ ਜੀ ਅਸੀਂ ਤੇ ਠੀਕ ਹਾਂ, ਸਾਨੂੰ ਦੂਜੇ ਦਾ ਕੀ ਖਿਆਲ ਕਰਨ ਦੀ ਜ਼ਰੂਰਤ ਹੈ ਨਾ। ਤੇ ਇਸ ਵਜ੍ਹਾ ਨਾਲ ਦੇਖੋ ਜੀ, ਇਹ ਆ ਰਹੇ ਨੇ ਦੁਬਾਰਾ ਅਲੀ ਉਸਮਾਨ, ਤੇ ਅਸੀਂ ਫੇਰ ਉਹਨਾਂ ਦੇ ਨਾਲ ਉਸਮਾਨ ਆ ਗਏ ਨੇ। ਤੇ ਜੀ ਉਸਮਾਨ ਜੀ, ਮੇਰਾ ਖਿਆਲ ਹੈ ਹੁਣ ਅਸੀਂ ਕਨੈਕਟ ਹੋਏ ਆ। ਆਮ ਰੀਲੀ ਵੈਰੀ ਸੌਰੀ। ਬਿਲਕੁਲ ਨਹੀਂ, ਨਹੀਂ ਹੈ। ਮੇਰੇ ਨਾਲ ਬੜਾ ਧੱਕਾ ਕਰਦਾ ਪਿਆ ਅੱਜ ਨਾ ਇੰਟਰਨੈਟ। ਕੋਈ ਗੱਲ ਨਹੀਂ, ਉਹ ਕੋਈ ਨਹੀਂ ਖੈਰ। ਅੱਛਾ, ਤੇ ਦੱਸੋ ਫਿਰ ਸ਼ਾਰਟ ਸਟੋਰੀ ਵੱਲ ਕਿਸ ਤਰ੍ਹਾਂ ਖਿਆਲ ਆ ਗਿਆ? ਹਾਂਜੀ, ਗੱਲ ਹੋ ਰਹੀ ਸੀ ਸ਼ਾਰਟ ਸਟੋਰੀ ਦੀ, ਤੇ ਮੈਂ ਕਹਿ ਰਿਹਾ ਸੀ ਕਿ ਮੈਨੂੰ ਬਚਪਨ ਤੋਂ ਕਹਾਣੀਆਂ ਜਿਹੜੀਆਂ ਨਾ ਪੜ੍ਹਨ ਦਾ ਵੀ ਔਰ ਕਹਾਣੀਆਂ ਸੁਣਾਉਣ ਦਾ ਵੀ ਸ਼ੌਕ ਸੀ। ਤੇ ਮੈਂ ਨਾ ਆਪਣੇ ਛੋਟੇ ਕਜ਼ਨਸ ਜਿਹੜੇ ਨੇ ਔਰ ਛੋਟੇ ਭੈਣਾਂ ਭਰਾ ਔਰ ਬਾਕੀ ਮਹੱਲੇ ਦੇ ਜਿਹੜੇ ਫਰੈਂਡਸ ਹਨ, ਉਹਨਾਂ ਨੂੰ ਬਿਠਾ ਕੇ ਤੇ ਮੈਂ ਕਹਾਣੀਆਂ ਸੁਣਾਉਂਦਾ ਸਾਂ ਕੋਲੋਂ ਬਣਾ ਕੇ। ਕਿਸੇ ਨੂੰ ਕੋਈ ਜਿੰਨ ਭੂਤਾਂ ਦੀ ਕਹਾਣੀ ਸੁਣਾ ਦੇਣੀ, ਕਿਸੇ ਨੂੰ ਕੋਈ ਜਾਨਵਰਾਂ ਦੀ, ਇਸ ਤਰ੍ਹਾਂ ਕਰਕੇ ਨਾ ਮੇਰਾ ਦਿਲ ਲੱਗਾ ਰਹਿਣਾ। ਫਿਰ ਮੈਂ ਆਪਣੀ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾਈ ਸੀ ਜਿਸ 'ਚ ਬੱਚਿਆਂ ਦੀਆਂ ਕਹਾਣੀਆਂ ਹੁੰਦੀਆਂ ਸਨ। ਇੱਕ ਅਲਮਾਰੀ ਦਾ ਜਿਹੜਾ ਦਰਾਜ਼ ਸੀ ਨਾ, ਉਹਦੇ ਤੇ ਮੈਂ ਕਬਜ਼ਾ ਕੀਤਾ ਹੋਇਆ ਸੀ। ਉਹਦੇ ਸਾਰੀਆਂ ਆਪਣੀਆਂ ਕਿਤਾਬਾਂ ਰੱਖੀਆਂ ਸਨ, ਉੱਤੇ ਮੱਲ ਮਾਰੀ ਸੀ ਔਰ ਕਿਸੇ ਨੂੰ ਮੈਂ ਛੇੜਨ ਨਹੀਂ ਸੀ ਦਿੰਦਾ।
ਉਹ ਕਰਦੇ ਉਹ ਸਾਰੇ ਉਹ ਚੀਜ਼ ਹੈ ਸੀ ਅੰਦਰ। ਤੇ ਅਫਸਾਨਾ ਨਿਗਾਰੀ ਜਾਂ ਕਹਿ ਲਓ ਕਹਾਣੀਕਾਰੀ ਵੱਲ ਮੈਂ ਆਇਆ ਔਰ ਮੈਂ ਪਹਿਲੇ ਉਰਦੂ ਦੇ ਵਿੱਚ ਲਿਖਿਆ। ਉਹਦੀ ਵਜ੍ਹਾ ਕੀ ਸੀ ਉਰਦੂ ਦੇ ਵਿੱਚ ਲਿਖਣ ਦੀ, ਉਹ ਮੈਂ ਦੱਸਣੀ ਚਾਹਾਂਗਾ ਤੁਹਾਡੇ ਪਲੇਟਫਾਰਮ ਦੇ ਥਰੂ। ਜੀ ਜ਼ਰੂਰ ਦੱਸੋ। ਮਤਲਬ ਬੇਸਿਕ ਜੀ ਚੀਜ਼ ਹੈ ਕਿ ਸਾਡੇ ਇੱਥੇ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਠੀਕ ਹੈ, ਔਰ ਸਾਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਪੰਜਾਬੀ ਲਿਟਰੇਚਰ ਵੀ ਕੋਈ ਚੀਜ਼ ਹੈ, ਬੀਇੰਗ ਪਾਕਿਸਤਾਨੀ ਪੰਜਾਬੀ। ਅੱਛਾ, ਜਦੋਂ ਅਸੀਂ ਨਵੇਂ ਲਿਟਰੇਚਰ ਵੱਲ ਜਾਣ ਦੀ ਕੋਸ਼ਿਸ਼ ਕਰਨੇ ਆ, ਯੂਥ ਜਿਹੜੀ ਸਾਡੀ ਹੈ, ਤੇ ਉਹ ਉਰਦੂ ਸ਼ਾਇਰੀ ਵੱਲ ਪਹਿਲਾਂ ਸਭ ਤੋਂ ਜਾਂਦੀ ਹੈ, ਔਰ ਰੋਮਾਂਟਿਕ ਸ਼ਾਇਰੀ ਵੱਲ ਜਾਂਦੀ ਹੈ ਜਾਂ ਲਿਟਰੇਚਰ ਵੱਲ ਜਾਂਦੀ ਹੈ, ਕਿਉਂਕਿ ਉਹਨੂੰ ਦੱਸਿਆ ਜਾਂਦਾ ਕਿ ਲਿਟਰੇਚਰ ਦਾ ਮਤਲਬ ਹੈ ਉਰਦੂ ਲਿਟਰੇਚਰ। ਹਾਲਾਂਕਿ ਦੁਨੀਆ ਦੇ ਵਿੱਚ ਹਜ਼ਾਰਾਂ ਜ਼ੁਬਾਨਾਂ ਨੇ ਔਰ ਹਜ਼ਾਰਾਂ ਤਰ੍ਹਾਂ ਦਾ ਹਰ ਜ਼ੁਬਾਨ ਦੇ ਵਿੱਚ। ਤੇ ਮੈਂ ਵੀ ਯਕੀਨੀ ਤੌਰ ਤੇ ਮੇਰੇ ਸਾਹਮਣੇ ਜੋ ਚੀਜ਼ਾਂ ਸਿਆਲਕੋਟ 'ਚ ਹੈ ਸਨ ਔਰ ਜੋ ਵੀ ਹੈ ਸੀ, ਮੈਂ ਉਹਦੇ ਤੋਂ ਇਨਸਪਾਇਰ ਹੋਣਾ ਸੀ, ਉੱਥੋਂ ਹੀ ਮੈਂ ਜਿਹੜਾ ਹੈ ਚੀਜ਼ਾਂ ਸਿੱਖਣੀਆਂ ਸਨ। ਤੇ ਮੈਂ ਉਰਦੂ 'ਚ ਲਿਖਣਾ ਸ਼ੁਰੂ ਕਰ ਦਿੱਤਾ। ਉਰਦੂ 'ਚ ਮੈਂ ਅਫਸਾਨਾ ਲਿਖਿਆ ਔਰ ਮਤਲਬ ਜ਼ਾਹਿਰ ਹੈ ਪਹਿਲਾ ਅਫਸਾਨਾ ਤੇ ਨਹੀਂ ਚੰਗਾ ਹੁੰਦਾ ਤੁਹਾਡਾ, ਫਿਰ ਤੁਸੀਂ ਗ੍ਰੈਜੂਅਲੀ ਚੀਜ਼ਾਂ ਸਿੱਖਦੇ। ਲੇਕਿਨ ਇੱਕ ਅਹਿਮ ਚੀਜ਼ ਜਿਹੜੀ ਮੇਰੀ ਅਫਸਾਨਾ ਨਿਗਾਰੀ 'ਚ ਮੈਨੂੰ ਕੰਮ ਆਈ, ਉਹ ਮੇਰਾ ਲਾਹੌਰ ਆਣਾ ਸੀ। ਲਾਹੌਰ ਆਉਣ ਤੋਂ ਬਾਅਦ ਮੈਂ ਹਲਕਾ ਅਰਬਾਬ ਜ਼ੌਕ ਤੋਂ ਆਸ਼ਨਾ ਕਿ ਅੱਛਾ ਇਸ ਤਰ੍ਹਾਂ ਦੀ ਕੋਈ ਤਨਜ਼ੀਮ ਹੈ, ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਕੀ ਚੀਜ਼ ਹੈ, ਉੱਥੇ ਆਣਾ ਜਾਣਾ ਹੋਇਆ, ਲੋਕਾਂ ਦੀਆਂ ਤਹਿਰੀਰਾਂ ਸੁਣੀਆਂ, ਸਿੱਖੀਆਂ, ਸੀਨੀਅਰਸ ਕਿਸ ਤਰ੍ਹਾਂ ਕ੍ਰਿਟਿਸਿਜ਼ਮ ਕਰਦੇ ਨੇ, ਓਰੀਜਨਲੀ ਲਿਟਰੇਚਰ ਹੁੰਦਾ ਕੀ ਹੈ, ਉਹ ਕਰਦੇ ਅੱਛਾ ਮੈਂ ਉਹਨਾਂ ਨੂੰ ਦੱਸ ਪਾਈ ਕਿ ਜੀ ਮੇਰਾ ਵੀ ਅਫਸਾਨਾ ਰੱਖੋ। ਔਰ ਉਹ ਆਮਿਰ ਫਰਾਜ਼ ਸਾਹਿਬ ਉਦੋਂ ਸੈਕਟਰੀ ਸਨ, ਉਹ ਜ਼ਿਆਦਾਤਰ ਉਹੀ ਸੈਕਟਰੀ ਹੁੰਦੇ ਨੇ ਤੇ ਉਦੋਂ ਵੀ ਉਹੀ ਸਨ। ਉਹਨਾਂ ਮੇਰਾ ਅਫਸਾਨਾ ਸ਼ੈਡਿਊਲ ਕੀਤਾ ਉੱਥੇ, ਤੇ ਕਹਿ ਲਓ ਮੇਰੀ ਇੱਜ਼ਤ ਰਹਿ ਗਈ, ਬੜੀ ਐਪਰੀਸੀਏਸ਼ਨ ਮਿਲੀ, ਬੜੀ ਚੰਗੀ ਤਨਕੀਦ ਵੀ ਹੋਈ, ਲੇਕਿਨ ਤਾਰੀਫ ਵੀ ਹੋਈ, ਮਿਲੀ ਜੁਲੀ ਚੀਜ਼ਾਂ ਸਨ। ਸੋ ਉਹ ਮੇਰਾ ਪਹਿਲਾ ਇੰਟਰੋਡਕਸ਼ਨ ਸੀ ਟੂ ਦ ਰਾਈਟਰਸ ਆਫ ਲਾਹੌਰ। ਅੱਛਾ, ਉਸ ਤੋਂ ਬਾਅਦ ਵੀ ਫਿਰ ਕੁਝ ਅਫਸਾਨੇ ਮੈਂ ਉਰਦੂ 'ਚ ਲਿਖੇ, ਲੇਕਿਨ ਇੱਕ ਚੀਜ਼ ਮੈਨੂੰ ਲੱਗਦਾ ਸੀ ਕੁਝ ਮਿਸਿੰਗ ਜਿਹਾ ਹੋ ਰਿਹਾ ਵਿੱਚ ਨਾ। ਮੈਨੂੰ ਲੱਗਦਾ ਸੀ ਕਿ ਮੈਂ ਜੋ ਵੀ ਸੋਚਣਾ ਮੈਂ ਪੰਜਾਬੀ 'ਚ ਸੋਚਣਾ, ਲੇਕਿਨ ਜਦੋਂ ਮੈਂ ਲਿਖਣ ਪੈਣਾ ਮੈਂ ਉਰਦੂ 'ਚ ਲਿਖਣ ਲੱਗ ਪੈਣਾ। ਤੇ ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਸਾਰੀ ਸੋਚ, ਆਪਣੇ ਸਾਰੇ ਖਿਆਲਾਤ ਦਾ ਤਰਜਮਾ ਕਰ ਰਿਹਾ ਕਿਸੇ ਹੋਰ ਜ਼ੁਬਾਨ 'ਚ, ਜਿਹੜੀ ਕਿ ਮੇਰੀ ਸੈਕੰਡ ਜ਼ੁਬਾਨ ਹੈ, ਫਸਟ ਲੈਂਗੁਏਜ ਨਹੀਂ ਹੈ। ਅੱਛਾ, ਮੈਨੂੰ ਲਿਖਣਾ ਵੀ ਨਹੀਂ ਸੀ ਆਉਂਦਾ ਪੰਜਾਬੀ ਦੇ ਵਿੱਚ, ਕਿਉਂਕਿ ਪੜ੍ਹੀ ਨਹੀਂ ਸੀ ਕਦੇ। ਇੱਕ ਦਿਨ ਮੈਂ ਆਪੇ ਹੀ ਸੋਚਿਆ, ਆਪੇ ਹੀ ਠਾਣੀ, ਮੈਂ ਕਿਹਾ ਕਿ ਮੈਨੂੰ ਜੋ ਮੈਂ ਸੋਚ ਰਿਹਾ ਮੈਨੂੰ ਉਹ ਲਿਖ ਦੇਣਾ ਚਾਹੀਦਾ, ਬਜਾਏ ਇਸ ਦੇ ਕਿ ਮੈਂ ਤਰਜਮਾ ਕਰਾਂ ਕਿਸੇ ਹੋਰ ਜ਼ੁਬਾਨ ਵਿੱਚ। ਠੀਕ ਹੈ, ਉਹ ਮੈਂ ਪਹਿਲਾ ਪੰਜਾਬੀ ਦਾ ਅਫਸਾਨਾ ਲਿਖਿਆ ਤੇ ਪਿਲਾਕ ਪੰਜਾਬੀ ਅਦਬੀ ਸੰਗਤ ਉੱਥੇ ਪੇਸ਼ ਕੀਤਾ, ਹਲਕਾ ਅਰਬਾਬ ਜ਼ੌਕ, ਔਰ ਚੱਲ ਸੋ ਚੱਲ ਫਿਰ ਮੇਰਾ ਰਾਬਤਾ ਇੱਕ ਚੁੱਕੇ ਬਣ ਚੁੱਕਿਆ ਸੀ ਸਭ ਦੇ ਨਾਲ। ਉਹ ਫਿਰ ਪਹਿਲਾ ਲਿਖਿਆ, ਫਿਰ ਦੂਜਾ ਲਿਖਿਆ, ਫਿਰ ਲਿਖਦੇ ਚਲਾ ਗਿਆ। ਸੋ ਉਹ ਉਰਦੂ ਨਾਲੋਂ ਬਹੁਤੀਆਂ ਕਹਾਣੀਆਂ ਮੇਰੀਆਂ ਪੰਜਾਬੀ 'ਚ ਹੋ ਗਈਆਂ, ਕਿਉਂਕਿ ਉਹ ਸਹਿਲ ਹੁੰਦਾ ਤੁਹਾਡੇ ਲਈ। ਜਿਹੜੀ ਤੁਹਾਡੀ ਮਨ 'ਚ ਆਵਾਜ਼ ਨਿਕਲ ਰਹੀ ਹੁੰਦੀ ਹੈ, ਉਹਨੂੰ ਤਰਜਮਾ ਜੇ ਤੁਸੀਂ ਨਾ ਕਰੋ ਔਰ ਉਹਨੂੰ ਪੂਰੀ ਸ਼ਬਦੋ ਮੱਦ ਔਰ ਸ਼ਿੱਦਤ ਦੇ ਨਾਲ ਤੁਸੀਂ ਬਿਆਨ ਕਰ ਦੋ, ਔਰ ਉਹ ਜ਼ਿਆਦਾ ਮੇਰਾ ਖਿਆਲ ਹੈ ਅਸਰ ਰੱਖਦੀ ਹੈ। ਮੇਰੀ ਸਾਰੀ ਪੰਜਾਬੀ ਜਿਹੜੀ ਹੈ ਉਹ ਵੋਕਲ ਹੈ, ਮਤਲਬ ਮੈਂ ਕਿਤਾਬ 'ਚ ਜਿਵੇਂ ਬਾਰ-ਬਾਰ ਮੈਂ ਅਰਜ਼ ਕਰ ਰਿਹਾ ਕਿ ਸਕੂਲ 'ਚ ਨਹੀਂ ਪੜ੍ਹੀ, ਕਾਲਜ 'ਚ ਨਹੀਂ ਪੜ੍ਹੀ, ਲੇਕਿਨ ਘਰ 'ਚ ਬੋਲੀ ਹੈ, ਆਪਣੇ ਇਲਾਕੇ 'ਚ ਬੋਲੀ, ਤੇ ਉਹ ਵੋਕਲ ਦੇ ਨਾਲ ਹੀ ਮੇਰੀ ਵੋਕੈਬਲਰੀ ਬਣੀ। ਫਿਰ ਬਾਅਦ 'ਚ ਉਰਦੂ ਲਿਟਰੇਚਰ ਪੜ੍ਹਿਆ ਤੇ ਫਿਰ ਥੋੜੀ ਰਿਫਾਈਨਮੈਂਟ ਵੀ ਆਉਣਾ ਸ਼ੁਰੂ ਹੋ ਗਈ। ਅੱਛਾ, ਫਿਰ ਜਦੋਂ ਮੈਂ ਯੂਨੀਵਰਸਿਟੀ ਗਿਆ ਤੇ ਉੱਥੇ ਯੂਨੀਵਰਸਿਟੀ ਸਾਨੂੰ ਭੇਜਦੀ ਸੀ ਮੁਖਤਲਿਫ ਕੰਪੀਟੀਸ਼ਨਸ ਦੇ ਵਿੱਚ ਟੂ ਰਿਪਰੈਜ਼ੈਂਟ ਗਵਰਨਮੈਂਟ ਕਾਲਜ ਯੂਨੀਵਰਸਿਟੀ। ਤੋ ਜਿਹੜਾ ਪਹਿਲੀ ਦਫਾ ਮੈਂ ਗਿਆ ਆਪਣੀ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦਿਆਂ, ਮੈਂ UET ਗਿਆ ਸੀ, ਯੂਨੀਵਰਸਿਟੀ ਆਫ ਇੰਜੀਨੀਅਰਿੰਗ ਟੈਕਨੋਲੋਜੀ, ਤੇ ਉੱਥੇ ਅਫਸਾਨਾ ਨਿਗਾਰੀ ਦੇ ਮੁਕਾਬਲੇ 'ਚ ਹਿੱਸਾ ਲਿਆ ਐਂਡ ਆਈ ਬੈਗ ਦ ਫਸਟ ਪੋਜੀਸ਼ਨ। ਐਂਡ ਜਦੋਂ ਨਵਾਂ ਤੁਸੀਂ ਕੋਈ ਵੀ ਚੀਜ਼ ਅਚੀਵ ਕਰਦੇ ਹੋ, ਜ਼ਿਆਦਾ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ। ਫਿਰ ਹਾਂਜੀ, ਫਿਰ ਦੂਸਰੀ ਦਫਾ ਜਦੋਂ ਭੇਜਿਆ ਗਿਆ ਉਹ ਫਿਰ ਲਮਸ ਸੀ। ਲਮਸ ਗਿਆ ਮੈਂ, ਉੱਥੋਂ ਦਾ ਕੁਝ ਹੋਰ ਟੈਕਨੀਕ ਸੀ, ਉੱਥੇ ਔਨ ਸਪੌਟ ਲਿਖਣਾ ਸੀ। ਅੱਛਾ, ਹਾਂਜੀ, UET ਦੇ ਵਿੱਚ ਪਹਿਲੇ ਸਬਮਿਟ ਕਰਾਉਣਾ ਸੀ ਤੇ ਲਮਸ ਦੇ ਵਿੱਚ ਉੱਥੇ ਜਾ ਕੇ ਉਹਨਾਂ ਦੱਸਣਾ ਸੀ ਕਿ ਇਹ ਟੌਪਿਕ ਇਹਦੇ ਤੇ ਲਿਖੋ। ਠੀਕ ਹੈ। ਅੱਛਾ, ਜਿਵੇਂ ਇਮਤਿਹਾਨ ਹੋ ਰਿਹਾ ਹੁੰਦੇ ਹਨ, ਅਸੀਂ ਬਹਿ ਗਏ ਔਨ ਸਪੌਟ, ਮੈਂ ਕਹਾਣੀ ਲਿਖੀ ਐਂਡ ਅਗੇਨ I stood first in that particular competition. ਫਿਰ ਜਨਾਬ ਥੀਏਟਰ ਮੈਂ ਲਿਖਿਆ, ਥੀਏਟਰ ਤੇ ਮੈਂ ਕਰ ਹੀ ਰਿਹਾ ਸੀ, ਲੇਕਿਨ ਮੈਂ ਥੀਏਟਰ ਲਿਖਿਆ ਵੀ। ਤੇ ਇੱਕ ਕੰਪੀਟੀਸ਼ਨ ਉਦੋਂ ਨੂਨ ਲੀਗ ਦੀ ਹਕੂਮਤ ਸੀ, ਆਲ ਪਾਕਿਸਤਾਨ ਥੀਏਟਰ ਕੰਪੀਟੀਸ਼ਨ ਤੇ ਨਹੀਂ ਸੀ,
ਉਹਦੇ ਵਿੱਚ ਹੋਰ ਵੀ ਕੈਟਾਗਰੀ ਸਨ, ਸਿੰਗਿੰਗ ਸੀ, ਐਕਟਿੰਗ ਸੀ, ਹੋਰ ਕਾਫੀ ਚੀਜ਼ਾਂ ਸਨ, ਪਪੀਟਰੀਜ਼, ਡਾਂਸ, ਕਾਫੀ ਕੁਝ ਸੀ ਨਾ, ਤੇ ਉਹਦੇ ਵਿੱਚ ਥੀਏਟਰ ਵੀ ਸੀ। ਤੇ ਉਹ ਡਰਾਮਾ ਜਿਹੜਾ ਮੈਂ ਲਿਖਿਆ ਉਹਦੀ ਅਸੀਂ ਤਿਆਰੀ ਕੀਤੀ। ਉਹ ਅੱਛਾ, ਉਹ ਡਰਾਮੇ ਦੀ ਵੀ ਬੜੀ ਮਜ਼ੇਦਾਰ ਕਹਾਣੀ ਹੈ। ਉਹ ਕਿਸ ਤਰ੍ਹਾਂ ਬਣਿਆ, 16 ਦਸੰਬਰ APS ਪਿਸ਼ਾਵਰ, ਠੀਕ ਹੈ, ਪਾਕਿਸਤਾਨੀਆਂ ਤੇ ਇੱਕ ਬਹੁਤ ਹੀ ਕਾਲਾ ਦਿਨ। ਉਹ APS ਪਿਸ਼ਾਵਰ ਹੋਇਆ ਤੇ ਸਾਰੇ ਅਸੀਂ ਯੂਨੀਵਰਸਿਟੀ 'ਚ ਅਸੀਂ ਪ੍ਰੋਟੈਸਟ ਵੀ ਕੀਤਾ। ਸਾਰਾ ਪਾਕਿਸਤਾਨ ਜਿਹੜਾ ਰੋ ਰਿਹਾ ਸੀ ਇੱਕ ਤਰ੍ਹਾਂ। ਬੜਾ ਹੀ ਮੁਸ਼ਕਿਲ ਹਾਲਾਤ ਸਨ। ਬੀਇੰਗ ਐਨ ਆਰਟਿਸਟ ਤੇ ਬਹੁਤ ਹੀ ਮੁਸ਼ਕਿਲ ਸਨ। ਨਰਮ ਦਿਲ ਦਾ ਹੁੰਦਾ ਨਾ ਆਰਟਿਸਟ, ਰਾਈਟਰ ਵੀ। ਅੱਛਾ, ਮੈਂ ਆਪਣੇ ਜਿਹੜੇ ਕਲੱਬ ਮੈਂਬਰ ਸਨ ਨਾ, ਉਹਨਾਂ ਨੂੰ ਮੈਂ ਕਿਹਾ ਕਿ ਇਸ ਤਰ੍ਹਾਂ ਕਰਨੇ ਆ ਕਿ ਅਸੀਂ ਨਾ ਜਾ ਕੇ ਲੜ ਨਹੀਂ ਸਕਦੇ ਕਿਸੇ ਵੀ ਟੈਰਰਿਸਟ ਦੇ ਨਾਲ ਜਾਂ ਕਿਸੇ ਵੀ ਬਾਰਡਰ ਤੇ ਜਾ ਕੇ, ਤੇ ਅਸੀਂ ਆਰਟਿਸਟ ਹਾਂ, ਅਸੀਂ ਕਲਮ ਨਾਲ ਲੜਨਾ, ਅਸੀਂ ਐਕਟਰ ਹਾਂ, ਅਸੀਂ ਐਕਟਿੰਗ ਨਾਲ ਲੜਨਾ, ਤੇ ਕਿਉਂ ਨਾ ਅਸੀਂ ਇੱਕ ਡਰਾਮਾ ਬਣਾਈਏ ਇਸ ਹਵਾਲੇ ਦੇ ਨਾਲ, ਔਰ ਆਪਣੇ ਹਿੱਸੇ ਦਾ ਪਾਣੀ ਪਾਈਏ ਇਸ ਸ਼ਹਿਰ ਦੇ ਵਿੱਚ। ਉਹਨਾਂ ਕਿਹਾ ਉਹ ਠੀਕ ਹੈ, ਉਹ ਵੀ ਜ਼ਾਹਿਰ ਗਮਗੀਨ ਸਨ। ਉਹ ਫਿਰ ਮੈਂ ਬਹਿ ਕੇ ਲਿਖਿਆ ਐਂਡ ਆਈ ਵਾਸ ਸੋ ਸੈਡ ਐਂਡ ਗਲੂਮੀ ਐਂਡ ਵਟ ਨਾਟ। ਲਿਖਦਾ ਚਲਾ ਗਿਆ। ਉਹ ਡਰਾਮਾ ਜਿਹੜਾ ਹੈ ਨਾ, ਉਸ ਕੰਪੀਟੀਸ਼ਨ 'ਚ ਅਸੀਂ ਪ੍ਰੈਜ਼ੈਂਟ ਕੀਤਾ, ਔਰ ਉੱਥੇ ਵੀ ਸਾਡੀ ਲੱਕੀਲੀ ਕਹਿ ਲਓ ਮਿਹਨਤ ਸੀ ਸਾਡੀ, ਜਾਂ ਜੋ ਵੀ ਸੀ, ਪਹਿਲੀ ਪੋਜੀਸ਼ਨ ਆ ਗਈ। ਤੇ ਅਖਬਾਰਾਂ ਦੇ ਵਿੱਚ ਨਾਂ ਵਗੈरह आ गया कि जी गवर्नमेंट कॉलेज यूनिवर्सिटी का खेल पहली पोजीशन पे है, और उसके लिखने वाले जो हैं वो वहीं के स्टूडेंट हैं, और उनका नाम ये है। सो वो क्लिपिंग चुक के मैं बड़ी सांप के रखी, घर जाके विखाई, एंड आई वाज सो एक्साइटेड इन दोस डेज। वो इस तरह दी चीज़ां थिएटर 'ਚ ਵੀ ਲਿਖਣ 'ਚ ਵੀ ਚੱਲਦੀਆਂ ਰਹੀਆਂ। ਫਿਰ ਬਾਅਦ ਦੇ ਵਿੱਚ ਉਰਦੂ ਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਅਫਸਾਨੇ ਉਰਦੂ ਦੇ ਮੈਗਜ਼ੀਨਸ ਵਿੱਚ ਛਪਦੇ ਰਹੇ। ਉਹ ਤੁਹਾਡੇ ਕੋਲ ਲਿਸਟ ਵੀ ਹੈ ਵੇ, ਫਰਾਜ਼ ਕਾਗਜ਼ੀ ਪੈਰਹਨ 'ਚ ਮੇਰਾ ਪਹਿਲਾ ਅਫਸਾਨਾ ਛਪਿਆ ਸੀ। ਇਸ ਤੋਂ ਇਲਾਵਾ ਵੀ ਹੋਰ ਵੀ ਮੈਗਜ਼ੀਨਸ ਨੇ। ਪੰਜਾਬੀ ਦਾ ਜਿਹੜਾ ਪਹਿਲਾ ਮੇਰਾ ਅਫਸਾਨਾ ਸੀ, ਉਹ ਜਮੀਲ ਪੌਲ ਸਾਹਿਬ ਦਾ ਰਿਸ਼ਤਾ ਨਿਕਲਦਾ ਸੀ ਸਵੇਰ ਇੰਟਰਨੈਸ਼ਨਲ ਦੇ ਨਾਂ ਤੋਂ, ਗਾਲਬਨ ਹੁਣ ਬੰਦ ਹੋ ਗਿਆ। ਉਹਦੇ 'ਚ ਮੇਰਾ ਪਹਿਲੀ ਕਹਾਣੀ ਛਪੀ ਸੀ। ਫਿਰ ਦੂਸਰੀ ਕਹਾਣੀ ਵੀ ਉੱਥੇ ਛਪੀ। ਫਿਰ ਜਨਾਬ ਮੇਰੀ ਤੀਸਰੀ ਕਹਾਣੀ ਜਿਹੜੀ ਹੈ, ਉਹ ਇੰਡੀਅਨ ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਵਿੱਚ ਛਪੀ। ਅੱਛਾ। ਤੇ ਹੁਣ ਜਿਹੜਾ ਹੈ, ਮੇਰੀਆਂ ਕੋਈ 4 ਤੋਂ 5 ਕਹਾਣੀਆਂ ਇੰਡੀਆ ਦੇ ਮੁxtਲਿਫ ਮੈਗਜ਼ੀਨਸ ਦੇ ਵਿੱਚ ਛਪ ਚੁੱਕੀਆਂ ਨੇ। ਅੱਛਾ, ਉਹ ਛਪ ਹੀ ਰਹੀਆਂ ਸਨ, ਤੇ ਇੱਕ ਚੰਗੀ ਔਰ ਗੁੱਡ ਨਿਊਜ਼ ਮੈਨੂੰ ਇਹ ਲੱਭੀ ਕਿ ਜੀ ਕਿਸੇ ਨੇ 2019 ਦੀਆਂ ਬੈਸਟ ਸ਼ਾਰਟ ਸਟੋਰੀਜ਼ ਦੀ ਕਲੈਕਸ਼ਨ ਛਾਪੀ, ਕੁਕਨਸ ਪ੍ਰਕਾਸ਼ਨ ਪਬਲੀਕੇਸ਼ਨ ਇੰਡੀਆ ਦੇ ਵਿੱਚ। ਉਹ ਉੱਥੇ ਉਹਨਾਂ ਨੇ ਪਾਕਿਸਤਾਨ ਤੋਂ 2 ਕਹਾਣੀਆਂ ਸਨ, ਬਾਕੀ ਸਾਰੀਆਂ ਇੰਡੀਆ ਤੋਂ ਸਨ। ਉਹਨਾਂ ਚੋਂ ਇੱਕ ਕਹਾਣੀ ਪੂਰਨੇ ਦੇ ਨਾਂ ਤੋਂ ਜਿਹੜੀ ਹੈ ਮੇਰੀ, ਤੇ ਸ਼ਾਮਿਲ ਹੋਈ ਉਸ ਕਿਤਾਬ, ਉਸ ਐਂਥੋਲੋਜੀ ਦੇ ਵਿੱਚ 2019 ਦੀਆਂ ਬੈਸਟ ਸ਼ਾਰਟ ਸਟੋਰੀਜ਼ ਤੋਂ। ਉਹ ਵੀ ਇੱਕ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਤੁਸੀਂ ਕੁਝ ਕਰ ਰਹੇ ਹੋ, ਕੁਝ ਪੋਜ਼ਿਟਿਵ ਕਰ ਰਹੇ ਹੋ। ਅਚੀਵਮੈਂਟ ਨਾ, ਬਹੁਤ ਵੱਡੀ ਅਚੀਵਮੈਂਟ ਹੈ ਇਹਦੇ ਵਿੱਚ, ਕੋਈ ਸ਼ੱਕ ਨਹੀਂ ਕਿ ਤੁਸੀਂ ਪਾਕਿਸਤਾਨ ਦੇ ਸਾਰੇ ਲਖਾਰੀਆਂ ਦੇ ਵਿੱਚੋਂ ਇੱਕ ਨੌਜਵਾਨ ਬੱਚੇ ਦਾ ਉਹਨੇ ਸਿਲੈਕਟ ਹੋਣਾ, ਇਹ ਬੜੀ ਆਨਰ ਦੀ ਗੱਲ ਹੈ। ਜੀ ਜੀ। ਅੱਛਾ, ਇਸੇ ਤਰ੍ਹਾਂ ਫਿਰ ਅਗਰ ਅਸੀਂ ਸਟੋਰੀ ਟੈਲਿੰਗ ਦੀ ਗੱਲ ਕਰੀਏ, ਤੇ ਸਾਰੇ ਮੁxtਲਿਫ ਫਾਰਮਸ ਹੁੰਦੀਆਂ ਨੇ ਸਟੋਰੀ ਟੈਲਿੰਗ ਦੀਆਂ। ਇੱਕ ਹੁੰਦੀ ਹੈ ਜ਼ਾਹਿਰ ਲਿਖਣਾ, ਦੂਜੀ ਹੁੰਦੀ ਹੈ ਫਿਲਮ ਮੇਕਿੰਗ, ਤੀਜੀ ਹੁੰਦੀ ਹੈ ਥੀਏਟਰ। ਮਤਲਬ ਕਈ ਤਰੀਕੇ ਨਾਲ ਤੁਸੀਂ ਕੋਈ ਵੀ ਕਹਾਣੀ ਕਹਿ ਸਕਦੇ ਹੋ ਨਾ। ਥੀਏਟਰ ਨਾਲ ਮੈਂ ਜੁੜਿਆ ਸਾਂ, ਲਿਖਣ ਨਾਲ ਵੀ ਜੁੜਿਆ ਸਾਂ। ਮੇਰਾ ਇੰਟਰਸਟ ਫਿਲਮ ਮੇਕਿੰਗ 'ਚ ਸੀ। ਅੱਛਾ। ਕਿ ਮੈਨੂੰ ਕੁਝ ਬ੍ਰੇਕ ਮਿਲੀ ਯੂਨੀਵਰਸਿਟੀ ਦੇ ਵਿੱਚ, ਛੁੱਟੀਆਂ ਸਨ, ਤੇ ਮੈਂ NCA ਜੁਆਇਨ ਕਰ ਲਿਆ, ਨੈਸ਼ਨਲ ਕਾਲਜ ਆਫ ਆਰਟਸ। ਸਾਰੇ ਵੇਖਣ ਵਾਲੇ ਜਾਣਦੇ ਹੀ ਨੇ ਕਿ ਇੱਕ ਆਰਟਸ ਦਾ ਵੱਡਾ ਔਰ ਵਾਹਿਦ ਹੀ ਅਦਾਰਾ ਜਿਹੜਾ ਕਿ ਵੱਡੇ ਆਰਟਿਸਟ ਪੈਦਾ ਕਰਦਾ। ਉੱਥੇ ਫਿਰ ਮੈਂ ਫਿਲਮ ਮੇਕਿੰਗ ਪੜ੍ਹੀ, ਔਰ ਉੱਥੇ ਜਿਹੜੀ ਮੈਂ ਫਿਲਮ ਬਣਾਈ ਸੀ, ਜ਼ਾਹਿਰ ਉਹ ਲਿਖੀ ਵੀ ਔਰ ਡਾਇਰੈਕਟ ਵੀ ਕੀਤੀ। ਉਹ ਫਿਲਮ ਜਿਹੜੀ ਹੈ ਉਹ ਮੈਂ ਫਿਲਮ ਫੈਸਟੀਵਲ, ਤਸਵੀਰ ਫਿਲਮ ਫੈਸਟੀਵਲ ਤੇ ਭੇਜੀ, ਜਿਹੜੀ ਕਿ ਸਿਆਟਲ USA ਦੇ ਵਿੱਚ ਹੁੰਦਾ। ਅੱਛਾ। ਸੋ ਉਹਦੇ ਵਿੱਚ ਸਾਊਥ ਏਸ਼ੀਅਨ ਫਿਲਮਾਂ ਆਉਂਦੀਆਂ ਨੇ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਭੂਟਾਨ, ਨੇਪਾਲ। ਤੇ ਉਹ ਮੇਰੀ ਫਿਲਮ ਸਿਲੈਕਟ ਹੋ ਗਈ, ਸਬ ਟਾਈਟਲਸ ਦੇ ਨਾਲ ਸੀ। ਹੈ ਤੇ ਉਰਦੂ 'ਚ ਸੀ, ਲੇਕਿਨ ਸਬ ਟਾਈਟਲਸ ਦੇ ਨਾਲ ਸੀ। ਉਹ ਸਿਲੈਕਟ ਹੋ ਗਈ। ਫਿਰ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦਿਆਂ ਮੈਂ ਕਰਾਚੀ ਦੇ ਕੰਪੀਟੀਸ਼ਨ 'ਚ ਫਿਲਮ ਲੈ ਕੇ ਗਿਆ, ਡਾਈਸ ਕੈਮ ਦੇ ਨਾਂ ਤੋਂ ਕੰਪੀਟੀਸ਼ਨ ਸੀ। ਉੱਥੇ ਮੈਨੂੰ ਜਿਊਰੀ ਅਵਾਰਡ ਮਿਲ ਗਿਆ ਉਸੇ ਫਿਲਮ ਤੋਂ। ਫਿਰ ਲਾਹੌਰ ਦੇ ਵਿੱਚ ਇੱਕ ਕੰਪੀਟੀਸ਼ਨ ਸੀ, ਸਟਾਰਸ ਪਲੇ ਵਾਲਿਆਂ ਨੇ ਕਰਵਾਇਆ ਸੀ। ਉਹਦੇ ਵਿੱਚ ਮੇਰੀ ਆਫੀਸ਼ੀਅਲ ਸਿਲੈਕਸ਼ਨ ਹੋ ਗਈ ਉਸੇ ਫਿਲਮ ਦੀ।
ਸੋ ਫਿਲਮ ਦੀ ਜਰਨੀ ਵੀ ਮੇਰੀ ਨਾਲ ਨਾਲ ਚੱਲ ਰਹੀ ਸੀ ਐਜ਼ ਅ ਡਾਇਰੈਕਟਰ ਐਂਡ ਐਜ਼ ਅ ਸਕਰੀਨ ਪਲੇ ਰਾਈਟਰ। ਫਿਰ ਮੈਂ ਕਿਹਾ ਕਿ ਅੱਛਾ ਇਹ ਤੇ ਹੋ ਗਿਆ ਛੋਟਾ ਪ੍ਰੋਜੈਕਟ, ਹੁਣ ਥੋੜਾ ਵੱਡਾ ਪ੍ਰੋਜੈਕਟ ਕਰਨਾ ਚਾਹੀਦਾ, ਸਿੱਖਣਾ ਚਾਹੀਦਾ ਪ੍ਰੈਕਟੀਕਲੀ, ਕਿਉਂਕਿ ਫਿਲਮ ਮੇਕਿੰਗ ਇਜ਼ ਆਲ ਅਬਾਊਟ ਪ੍ਰੈਕਟੀਕਲ ਥਿੰਗ ਰਾਦਰ ਦੈਨ ਪ੍ਰੈਕਟੀਕਲ ਥਿੰਗਸ। ਬਿਲਕੁਲ ਤੇ ਕਹਿ ਰਹੇ। ਅੱਛਾ, ਉਹ ਕੁਝ ਕੰਟੈਕਟਸ ਕੀਤੇ, ਇਧਰ ਉਧਰ ਪੁੱਛਿਆ, ਤੇ ਇੱਕ ਫਿਲਮ ਸਟਾਰਟ ਹੋ ਰਹੀ ਸੀ ਰਹਿਬਰਾ ਦੇ ਨਾਂ ਤੋਂ, ਉਰਦੂ ਫਿਲਮ। ਠੀਕ ਹੈ। ਸਾਡੇ ਇੱਥੇ ਲਾਹੌਰ ਦੇ ਡਾਇਰੈਕਟਰ ਨੇ ਅਮੀਨ ਇਕਬਾਲ ਸਾਹਿਬ, ਉਹਨਾਂ ਨੇ ਸ਼ੁਰੂ ਕੀਤੀ। ਤੇ ਮੈਂ ਉਹਨਾਂ ਨਾਲ ਰਾਬਤਾ ਕੀਤਾ, ਮੈਂ ਉਹਨਾਂ ਨੂੰ ਮਿਲਣ ਚਲਾ ਗਿਆ, ਉਹਨਾਂ ਮੇਰਾ ਇੰਟਰਵਿਊ ਕੀਤਾ, ਉਹਨਾਂ ਪੁੱਛਿਆ ਕੀ ਕੁਝ ਕੀਤਾ ਪਹਿਲੇ, ਉਹ ਸਾਰਾ ਕੁਝ ਮੈਂ ਦੱਸਿਆ ਔਰ ਮੈਂ ਔਨ ਬੋਰਡ ਆ ਗਿਆ ਐਜ਼ ਐਨ ਅਸਿਸਟੈਂਟ ਡਾਇਰੈਕਟਰ। ਅੱਛਾ, ਅਸਿਸਟੈਂਟ ਡਾਇਰੈਕਟਰ ਮੈਂ ਆ ਗਿਆ ਸੀ। ਫਿਰ ਜ਼ਾਹਿਰ ਉਹ ਇੱਕ ਲੰਮੀ ਕਹਾਣੀ, ਉਹ ਸੈਪਰੇਟ ਚੀਜ਼ ਹੈ। ਪ੍ਰੀ ਪ੍ਰੋਡਕਸ਼ਨ ਕੀਤੀ, ਫਿਰ ਕਰਾਚੀ ਗਏ, ਕਰਾਚੀ ਜਾ ਕੇ ਸ਼ੂਟਿੰਗ ਕੀਤੀ। ਸਮੁੰਦਰ ਮੈਂ ਪਹਿਲੀ ਦਫਾ ਜ਼ਿੰਦਗੀ 'ਚ ਵੇਖਿਆ। ਕੋਈ ਗੱਲ ਨਹੀਂ, ਹਰ ਕਿਸੇ ਨੇ ਜਦੋਂ ਪਹਿਲੀ ਵਾਰੀ ਜਾਂਦਾ ਉਹਨੇ ਪਹਿਲੀ ਵਾਰੀ ਦੇਖਣਾ ਹੁੰਦਾ ਹੈ, ਪਹਿਲੀ ਦਫੇ ਵੇਖਣਾ ਹੁੰਦਾ। ਤੇ ਫਿਰ ਜਨਾਬ ਬਲੋਚਿਸਤਾਨ ਜਾ ਕੇ ਵੀ ਕੁਝ ਗਾਣੇ ਸ਼ੂਟ ਅਸੀਂ ਕੀਤੇ। ਇੱਕ ਉੱਥੇ ਇੱਕ ਬੜਾ ਵਿਜ਼ਿਟਿੰਗ ਪੁਆਇੰਟ ਹੈ, ਉਹਨੂੰ ਕਹਿੰਦੇ ਨੇ ਪ੍ਰਿੰਸੈਸ ਆਫ ਹੋਪ। ਉਹ ਨੈਚੁਰਲੀ ਇੱਕ ਪਹਾੜੀ ਐਸੀ ਕੱਟੀ ਹੈ ਕਿ ਉਹ ਸ਼ਹਿਜ਼ਾਦੀ ਦੀ ਮੁਜੱਸਮਾ ਬਣ ਗਿਆ ਹੈ, ਕਿਸੇ ਬਣਾਇਆ ਨਹੀਂ, ਉਹ ਰੱਬੋਂ ਹੀ ਬਣ ਗਿਆ। ਉੱਥੇ ਗਾਣੇ ਸ਼ੂਟ ਕੀਤੇ, ਔਰ ਸੁਨਹਿਰੀ ਬੀਚ, ਗੋਲਡਨ ਬੀਚ, ਉੱਥੇ ਕੀਤੇ। ਸੋ ਦੈਟ ਵਾਜ਼ ਅ ਕੁਆਇਟ ਹੈਕਟਿਕ ਐਜ਼ ਵੈਲ ਐਜ਼ enjoyable you can say experience ਸੀ। ਫਿਰ ਲਾਹੌਰ ਆ ਕੇ ਉਹਦਾ ਸੈਕੰਡ ਸਪੈਲ ਕੀਤਾ, ਲੇਕਿਨ ਉਹ ਅਨਫੋਰਚੂਨੇਟਲੀ ਕੁਝ ਬਜਟਸ ਦੇ ਇਸ਼ੂ ਹੋਏ, ਕੁਝ ਬਾਕੀ ਚੀਜ਼ਾਂ ਹੋਈਆਂ, ਤੇ ਫਿਲਮ 80% ਤੇ ਸ਼ੂਟ ਹੋ ਗਈ ਹੈ, ਕੋਈ 20% ਰਹਿ ਗਈ, ਤੇ ਫਿਲਮ ਰੁਕ ਗਈ। ਤੇ ਉਸ ਤੋਂ ਬਾਅਦ ਫਿਰ ਕਰੋਨਾ ਆ ਗਿਆ। ਹੁਣ ਕਰੋਨਾ ਮੁੱਕੇਗਾ ਤੇ ਦੁਬਾਰਾ ਤੋਂ ਅਸੀਂ ਔਨ ਸੈਟ ਜਾਵਾਂਗੇ, ਉਸ ਫਿਲਮ ਨੂੰ ਕੰਪਲੀਟ ਕਰਾਂਗੇ। ਉਹਦੀ ਕਾਸਟ ਮੈਂ ਦੱਸ ਦਿੰਦਾ, ਕਿਉਂਕਿ ਉਹਦੇ ਪੋਸਟਰ ਥੋੜੀ ਜਿਹੀ ਨਿਊਜ਼ ਤੇ ਆ ਹੀ ਚੁੱਕੀਆਂ ਨੇ, ਕੋਈ ਮੈਂ ਗੱਲ ਨਹੀਂ ਲੀਕ ਕਰ ਰਿਹਾ, ਲੇਕਿਨ ਤੁਹਾਡੇ ਸ਼ੋਅ 'ਚ ਦੱਸ ਜ਼ਰੂਰ ਦੱਸੋ, ਜ਼ਰੂਰ ਦੱਸੋ। ਐਹਸਨ ਖਾਨ ਤੁਸੀਂ ਜਾਣਦੇ ਹੋਵੋਗੇ, ਉਹ ਉਹਦਾ ਮੇਨ ਲੀਡ ਕਰੈਕਟਰ ਹੈ, ਔਰ ਆਇਸ਼ਾ ਉਮਰ ਜਿਹੜੀ, ਹਾਂਜੀ, ਉਹ ਉਹਦੀ ਫੀਮੇਲ ਐਕਟਰੈਸ ਹੈ। ਇਸ ਤੋਂ ਇਲਾਵਾ ਸੀਨੀਅਰ ਐਕਟਰ ਵੀ ਸਨ, ਉਹਨਾਂ ਨਾਲ ਵੀ ਮੁਲਾਕਾਤ ਹੋਈ। ਸੋ ਕਾਫੀ ਚੀਜ਼ਾਂ ਸਾਨੂੰ ਚ ਕਰਨ ਵਾਲੀ। ਸੋ ਕਹਿਣ ਦਾ ਮਕਸਦ ਹੈ ਵੇ ਕਿ ਪਲੇਟਫਾਰਮ ਬਦਲਦਾ, ਲੇਕਿਨ ਐਟ ਦਾ ਐਂਡ ਆਫ ਦ ਡੇ ਇਟਸ ਸਟੋਰੀ ਟੈਲਿੰਗ। ਅਸੀਂ ਕਹਾਣੀ ਦੱਸ ਰਹੇ ਹੁੰਦੇ ਹਾਂ, ਲਿਖ ਕੇ ਵੀ, ਬੋਲ ਕੇ ਵੀ, ਗਾ ਕੇ ਵੀ, ਐਕਟਿੰਗ ਕਰਕੇ ਵੀ, ਔਰ ਲੈਂਸ ਦੇ ਥਰੂ, ਕੈਮਰਾ ਦੇ ਥਰੂ, ਤੇ ਇਹ ਸਾਰੀਆਂ ਚੀਜ਼ਾਂ ਮੈਂ ਕਰ ਰਿਹਾ ਹੁੰਦਾ। ਮੈਂ ਕਹਾਣੀਕਾਰ ਹਾਂ, ਮੈਂ ਕਹਾਣੀ ਸੁਣਾ ਰਿਹਾ। ਇਹ ਤੁਸੀਂ ਕਿੰਨੀ ਸੋਹਣੇ ਤਰੀਕੇ ਨਾਲ, ਤਦੇ ਮੈਂ ਤੁਹਾਨੂੰ ਦੇ ਰਹੀ ਹਾਂ ਕਿ ਤੁਸੀਂ ਬੋਲੀ ਜਾਓ ਔਰ ਅਸੀਂ ਸੁਣਦੇ ਜਾਈਏ। ਅੱਛਾ, ਇਹ ਤੇ ਬੜਾ ਜ਼ਬਰਦਸਤ ਤੁਹਾਡਾ ਜਰਨੀ ਹੈ। ਮੈਨੂੰ ਹੁਣ ਕਿਉਂਕਿ ਇਹ ਮੇਰੀ ਪੰਜਾਬੀ ਬੈਠਕ ਹੈ, ਅਸੀਂ ਵੀ ਜਿਹੜੇ ਜੁੜੇ ਹਾਂ ਆਪਣੀ, ਉਂਝ ਤੇ ਖੈਰ ਅਸੀਂ ਜੋ ਤੋਂ ਪੈਦਾ ਹੋਏ ਹਾਂ ਆਪਣੇ ਪੰਜਾਬ ਨਾਲ, ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹਾਂ, ਔਰ ਥੋੜਾ ਜ਼ਿਆਦਾ ਐਕਟਿਵਲੀ ਹੁਣ ਜੁੜੇ हैं। और मैं जिते कहनी है ਕਰੋਨਾ ਨੇ ਤਬਾਹੀਆਂ ਮਚਾਈਆਂ, ਤਾਂ ਉੱਥੇ ਕਰੋਨਾ ਨੇ ਬੜੇ ਫਾਇਦੇ ਵੀ ਦਿੱਤੇ ਨੇ ਕਿ ਅਸੀਂ ਲੋਕ ਸੋਸ਼ਲ ਮੀਡੀਆ ਤੇ ਆ ਗਏ। ਜਿਹੜੇ ਥੋੜੇ ਜਿਹੇ ਮੇਰੇ ਵਗਰੇ ਵੀ 7-8 ਸਾਲ ਤੋਂ ਕਹਿੰਦੇ ਪਏ ਸੀ ਚਲੋ ਕੋਈ ਗੱਲ ਨਹੀਂ, ਬਸ ਹੁਣ ਕੀ ਕਰਨਾ, ਨਹੀਂ ਤੇ ਉਹਨਾਂ ਨੂੰ ਵੀ ਇੱਕ ਪ੍ਰੋਜੈਕਟ ਮੇਰੇ ਮੀਆਂ ਨੇ ਕਿਹਾ ਵੀ ਤੂੰ ਉਂਝ ਬਹੁਤ ਗੱਲਾਂ ਕਰ, ਸਿਰ ਚਟਨੀ ਆ, ਤੂੰ ਕੰਮ ਕਰ। ਤੇ ਉਹ ਬਿਹਤਰੀ ਹੋ ਗਈ ਨਾ, ਕਿਉਂਕਿ ਤੁਹਾਡੇ ਬਾਹਰ ਜਾਣ ਆਉਣ ਦੇ ਜਿਹੜੇ ਸੀ ਉਹ ਰਸਤੇ ਬੰਦ ਸੀ। ਤੇ ਹੁਣ ਸਾਡਾ ਹੋ ਰਿਹਾ ਇੱਥੇ ਮਰਦਮਸ਼ੁਮਾਰੀ, ਤੇ ਅਸੀਂ ਸਾਡੀ ਇਹ ਵੀ ਕੰਪੇਨ ਹੈ ਕਿ ਜਿਹੜੀ 2021 ਚ ਮਾਰਚ ਹੋਣਾ, ਤੇ ਉਹਦੇ ਵਿੱਚ ਸਾਡੇ ਲੋਕ ਜਿਹੜੇ ਨੇ ਨਾ, ਉਹ ਪੰਜਾਬੀ ਦਾ ਨਾਂ ਲੈਂਦਿਆਂ ਝੱਕਦੇ ਨੇ, ਸ਼ਰਮਾਉਂਦੇ ਨੇ, ਕੰਪਲੈਕਸ ਹੈ, ਬੜੀ ਚੇਂਜ ਆ ਰਹੀ ਹੈ। ਤੇ ਤੁਸੀਂ ਮੈਨੂੰ ਇਹ ਦੱਸੋ, GC ਯੂਨੀਵਰਸਿਟੀ ਦਾ ਅਲੀ ਉਸਮਾਨ ਬਾਜਵਾ ਧੜੱਲੇ ਨਾਲ ਪੰਜਾਬੀ ਦੀ ਗੱਲ ਕਰਦਾ ਹੈ, ਧੜੱਲੇ ਨਾਲ ਸੋਸ਼ਲ ਮੀਡੀਆ ਤੇ ਪਰਾਗਾ ਵੀ ਕਰ ਰਿਹਾ, ਬਹੁਤ ਅੱਛਾ ਮੈਨੂੰ ਤੁਹਾਡਾ ਉਹ ਵਾਲਾ ਵੀ ਪ੍ਰੋਗਰਾਮ ਲੱਗਦਾ, ਮੈਂ ਜ਼ਰੂਰ ਉਹਨੂੰ ਵੀ ਦੇਖਦੀ ਹਾਂ। ਤੇ ਇਹ ਕਿਹੜੀ ਖਾਸ ਗੱਲ ਹੈ ਵੀ ਕਿਉਂ? ਕਿਉਂਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਬੱਚੇ ਨੇ, ਹੁਣ ਤੁਸੀਂ ਵੀ ਠੀਕ ਹੈ, ਤੁਸੀਂ ਇੱਕ ਰਾਬਤੇ ਦੀ ਜ਼ਬਾਨ ਹੈ ਸਾਡੀ, ਬਾਕੀ ਸਭ ਜ਼ਬਾਨਾਂ ਵੀ ਬਹੁਤ ਅੱਛੀਆਂ, ਰਾਬਤੇ ਦੀ ਜ਼ਬਾਨ ਹੈ ਉਰਦੂ। ਤੁਸੀਂ ਕਿਉਂ ਜੁੜ ਗਏ ਇਸ ਕਾਜ਼ ਲਈ? ਐਜ਼ ਅ ਪੰਜਾਬੀ ਐਕਟਿਵਿਸਟ ਕਿਉਂ ਕੰਮ ਕਰਦੇ ਪਏ ਹੋ? ਕੀ ਜ਼ਰੂਰਤ ਹੈ? ਇਹ ਥੋੜਾ ਟ੍ਰਿਕੀ ਜਿਹਾ ਸਵਾਲ ਹੈ, ਜਵਾਬ ਉਹਦੇ ਕਈ ਹੋ ਸਕਦੇ ਨੇ, ਉਹਨਾਂ ਚ ਇੱਕ ਜਵਾਬ ਹੈ ਕਿ ਦੋ ਤੁਹਾਡੇ ਦਿਲ ਚ, ਦੋ ਤੁਹਾਡੇ ਮਨ ਚ, ਦਿਮਾਗ ਚ ਜਵਾਬ ਹੈ, ਮੈਨੂੰ ਸਾਰੇ ਜਵਾਬ ਚਾਹੀਦੇ ਆ। ਮੈਂ ਸੋਚਿਆ ਕਿ ਅਗਰ ਮੈਂ ਨਹੀਂ ਤੇ ਫਿਰ ਕੌਣ, ਮੈਂ ਕਿਹਨੂੰ ਉਡੀਕ? ਵੇਟਿੰਗ ਫॉर ਗੋਡੋ ਨਹੀਂ ਹੁੰਦਾ ਨਾ, ਗੋਡੋ ਨੇ ਕਦੀ ਵੀ ਨਹੀਂ ਆਣਾ, ਨਹੀਂ ਉਹਨੇ ਤੇ ਕਦੀ ਨਹੀਂ ਆਣਾ, ਠੀਕ ਹੈ। ਤੇ ਜੇ ਮੈਂ ਨਹੀਂ ਤੇ ਫਿਰ ਅੱਜ ਨਹੀਂ ਤੇ ਕਦੋਂ, ਮੈਂ ਨਹੀਂ ਤੇ ਕੌਣ? ਸੋ ਮੈਂ
ਮੇਰੇ ਸਾਹਮਣੇ ਚੀਜ਼ਾਂ ਆਉਂਦੀਆਂ ਚਲੀਆਂ ਗਈਆਂ, ਥੋੜੀ ਜਿਹੀ ਇਨਫੋਰਮੇਸ਼ਨ ਜਦੋਂ ਮੈਨੂੰ ਮਿਲੀ ਪੰਜਾਬੀ ਦੇ ਹਵਾਲੇ ਦੇ ਨਾਲ, ਤੇ ਮੈਨੂੰ ਲੱਗਾ ਕਿ ਯਾਰ ਵਾਕਈ ਧਰੋਹ ਹੋ ਰਿਹਾ ਹੈ ਇੱਕ ਤੁਹਾਡੀ ਮਾਂ ਬੋਲੀ ਦੇ ਨਾਲ। ਤੇ ਜੇ ਸਾਨੂੰ ਜਿਹੜੀ ਐਜੂਕੇਸ਼ਨ ਹੈ, ਅਗਰ ਗਵਰਨਮੈਂਟ ਕਾਲਜ ਯੂਨੀਵਰਸਿਟੀ ਤੋਂ ਮੈਂ ਪੜ੍ਹਿਆ, ਤੇ ਮੈਨੂੰ ਗਵਰਨਮੈਂਟ ਕਾਲਜ ਨੇ ਇਹੀ ਸਿਖਾਇਆ ਕਿ ਜਿੱਥੇ ਜ਼ੁਲਮ ਹੋ ਰਿਹਾ ਨਾ ਉੱਥੇ ਬੋਲੋ, ਉਹਦੇ ਖਿਲਾਫ ਬੋਲੋ। ਤਾਲੀਮ ਦਾ ਮਕਸਦ ਹੀ ਹੈ ਵੀ ਮੇਰੇ ਘਰਦਿਆਂ ਵੀ ਮੈਨੂੰ ਇਹੀ ਸਿਖਾਇਆ, ਔਰ ਜਿਹੜਾ ਮੈਂ ਲਿਟਰੇਚਰ ਥੋੜਾ ਬਹੁਤ ਪੜ੍ਹਿਆ ਲਿਖਿਆ ਉਹ ਵੀ ਮੈਨੂੰ ਇਹੀ ਦੱਸਦਾ ਕਿ ਮਜ਼ਲੂਮ ਦੇ ਨਾਲ ਤੁਸੀਂ ਖਲੋਣਾ ਔਰ ਜ਼ਾਲਮ ਦੇ ਖਿਲਾਫ ਤੁਸੀਂ ਬੋਲਣਾ। ਤੇ ਹੁਣ ਇੱਕ ਜ਼ੁਬਾਨ ਜਿਹਨੂੰ ਸਟੇਟ ਓਨ ਨਹੀਂ ਕਰਦੀ ਪਈ ਔਰ ਉਹਨੂੰ ਦਾ ਜਾਇਜ਼ ਹੱਕ ਨਹੀਂ ਮਿਲਦਾ ਪਿਆ, ਤੇ ਉਹਦੀ ਗੱਲ ਕਰੋ, ਉਹਦੇ ਵਾਸਤੇ ਲੜੋ। ਔਰ ਬੀਇੰਗ ਪੰਜਾਬੀ ਜੇ ਤੁਸੀਂ ਨਹੀਂ ਲੜਦੇ ਪਏ, ਤੇ ਬਾਹਰੋਂ ਕਿਸੇ ਫ੍ਰੈਂਚ ਨੇ, ਕਿਸੇ ਇਟਾਲੀਅਨ ਨੇ ਤੇ ਆ ਕੇ ਲੜਨਾ ਨਹੀਂ ਤੁਹਾਡੇ ਵਾਸਤੇ। ਤੁਸੀਂ ਇੱਥੇ ਰਹਿਣਾ, ਇਸੇ ਪਾਕਿਸਤਾਨ, ਇਸੇ ਪੰਜਾਬ 'ਚ, ਤੇ ਤੁਸੀਂ ਹੀ ਲੜਨਾ। ਅੱਛਾ, ਫਿਰ ਤੁਸੀਂ ਜਮਹੂਰੀਅਤ 'ਚ, ਡੈਮੋਕ੍ਰੇਸੀ ਦੇ ਵਿੱਚ ਰਹਿ ਰਹੇ ਹੋ, ਤੇ ਤੁਹਾਡਾ ਜਾਇਜ਼ ਹੱਕ ਹੈ ਇhtਜਾਜ ਵੀ ਕਰਨਾ, ਔਰ ਜੋ ਤੁਹਾਨੂੰ ਰਾਈਟਸ ਮਿਲੇ ਨੇ ਉਹਨਾਂ ਤੇ ਗੱਲ ਵੀ ਕਰਨਾ। ਤੁਹਾਡਾ 1973 ਦਾ ਕਨਸਟੀਟਿਊਸ਼ਨ ਤੁਹਾਨੂੰ ਇਹ ਹੱਕ ਦਿੰਦਾ ਕਿ ਤੁਸੀਂ ਆਪਣੀ ਮਾਂ ਬੋਲੀ ਦੀ ਗੱਲ ਕਰੋ, ਔਰ ਆਪਣੀ ਮਾਂ ਬੋਲੀ 'ਚ ਤਾਲੀਮ ਵੀ ਹਾਸਿਲ ਕਰੋ, ਔਰ ਆਪਣੀ ਮਾਂ ਬੋਲੀ ਨੂੰ ਲਾਗੂ ਵੀ ਕਰੋ ਆਪਣੇ ਪਾਰਟਿਕੂਲਰ ਸੂਬੇ ਦੇ ਵਿੱਚ। ਸਿੰਧ ਦੇ ਵਿੱਚ ਅਗਰ ਅਦਾਲਤਾਂ ਦੇ ਵਿੱਚ ਸਿੰਧੀ ਦੇ ਵਿੱਚ ਬਹਿਸ ਹੋ ਸਕਦੀ ਹੈ, ਬਲੋਚਿਸਤਾਨ ਦੇ ਵਿੱਚ ਵੀ, KPK ਦੇ ਵਿੱਚ ਪਸ਼ਤੋ ਦੇ ਵਿੱਚ ਇਬਤਦਾਈ ਤਾਲੀਮ, ਮੁੱਢਲੀ ਤਾਲੀਮ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਤੇ ਪੰਜਾਬੀ ਦੇ ਨਾਲ ਧਰੋਹ ਕਿਉਂ ਹੈ? ਪੰਜਾਬੀ ਦਾ ਮਸਲਾ ਹੈ ਕਿ ਪੰਜਾਬ ਅਸਲ 'ਚ ਸਭ ਤੋਂ ਆਖਰ ਵਿੱਚ ਗੋਰੇ ਨੇ ਤੇ ਕਬਜ਼ਾ ਕੀਤਾ, ਇਨਵੇਡਰ ਨੇ। ਤੁਸੀਂ ਤੇ ਬੈਠੇ ਵੀ UK ਹੋ ਨਾ, ਉਹਨਾਂ ਦੇ ਮੁਲਕ 'ਚ ਬੈਠੇ ਹੋਏ ਹੋ, ਤੇ ਉਹ ਗੋਰੇ ਨੇ ਜ਼ਾਹਿਰ ਹੈ ਜਿੱਥੇ ਜਿੱਥੇ ਵੀ ਕਾਲੋਨੀ ਬਣਾਈ ਉੱਥੇ ਕੁਝ ਨਾ ਕੁਝ ਤੇ ਉਹਨੇ ਗੰਦ ਪਾਇਆ ਹੀ ਹੈ, ਭਾਵੇਂ ਉਹ ਵੈਸਟ ਇੰਡੀਜ਼ ਹੋਵੇ, ਤੇ ਭਾਵੇਂ ਕੋਈ ਆਸਟ੍ਰੇਲੀਆ ਹੋਵੇ, ਭਾਵੇਂ ਕੋਈ ਅਫਰੀਕਾ ਹੋਵੇ, ਤੇ ਭਾਵੇਂ ਕੋਈ ਹੋਰ ਇਲਾਕਾ ਹੋਵੇ। ਤੇ ਇੰਡੀਆ 'ਚ ਵੀ ਉਹਨਾਂ ਕੀਤਾ। ਇੰਡੀਆ ਦਾ ਇਹ ਸੀ ਕਿ ਇੰਡੀਆ ਦੇ ਇਲਾਕਿਆਂ ਦੇ ਇੱਕ ਇੱਕ ਕਰਕੇ ਉਹਨਾਂ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਤੇ ਸਭ ਤੋਂ ਜ਼ਿਆਦਾ ਰੈਜ਼ਿਸਟੈਂਸ ਪੰਜਾਬ ਨੇ ਸ਼ੋ ਕੀਤੀ, ਤੇ ਸਭ ਤੋਂ ਆਖਰ ਦੇ ਵਿੱਚ ਜਨਾਬ ਪੰਜਾਬ ਦੇ ਉੱਤੇ ਕਬਜ਼ਾ ਹੋਇਆ। ਤੇ ਜ਼ਾਹਿਰ ਹੈ ਫਿਰ ਜਿਹੜਾ ਕੋਈ ਅਥਰਾ ਹੋਵੇ ਉਹਦੇ ਕੋਲ ਫਿਰ ਬਦਲੇ ਵੀ ਲਏ ਜਾਂਦੇ ਨੇ। ਉਹਨਾਂ ਨੇ ਸਾਡੇ ਕੋਲ ਆ ਕੇ ਜਨਾਬ ਸਾਡੀ ਜ਼ੁਬਾਨ ਸਭ ਤੋਂ ਪਹਿਲਾਂ ਖੋਈ। ਉਹਨਾਂ ਨੂੰ ਪਤਾ ਸੀ ਇਹ ਅਥਰੇ ਨੇ, ਇਹ ਨਹੀਂ ਮੰਨਦੇ ਕਿਸੇ ਨੂੰ ਮਾਲਕ ਆਪਣਾ, ਇਹਨਾਂ ਕੋਲ ਜ਼ੁਬਾਨ ਖੋਲੋ। ਅੱਛਾ, ਅੱਜ ਤੋਂ ਕੋਈ 2 ਸਦੀਆਂ ਪਹਿਲੇ ਕਹਿ ਲਓ, ਸਾਡੇ ਕੋਲ ਸਾਡੀ ਜ਼ੁਬਾਨ ਖੋਲੀ ਗਈ। ਤਲਵਾਰ ਵਾਪਸ ਕਰੀਏ ਤੇ ਥੋੜੇ ਪੈਸੇ ਲੱਭਦੇ ਸਨ, ਕਾਇਦਾ ਵਾਪਸ ਕਰੀਏ ਪੰਜਾਬੀ ਦਾ ਤੇ ਬਹੁਤੇ ਪੈਸੇ ਲੱਭਦੇ ਸਨ। ਤੁਸੀਂ ਆਪਣੇ ਕਈ ਸ਼ੋਜ਼ ਦੇ ਵਿੱਚ ਇਹਦੀ ਗੱਲ ਵੀ ਕੀਤੀ। ਗੱਲ ਸਹੀ ਹੈ, ਬਿਲਕੁਲ ਸਹੀ, ਠੀਕ ਹੈ। ਅੱਛਾ, ਉਹ ਬਹੁਤੇ ਪੈਸੇ ਕਿਉਂ ਲੱਭਦੇ ਸਨ? ਜ਼ਾਹਿਰ ਹੈ ਕਿ ਇਹ ਬਹੁਤ ਹੀ ਅਹਿਮ ਚੀਜ਼ ਸੀ ਕਿ ਪੰਜਾਬੀਆਂ ਨੂੰ ਪੰਜਾਬੀ ਤੋਂ, ਉਹਨਾਂ ਦੇ ਐਜੂਕੇਸ਼ਨ ਸਿਸਟਮ ਤੋਂ ਦੂਰ ਕਰ ਦਿੱਤਾ ਜਾਵੇ, ਔਰ ਉਹਨਾਂ ਨੂੰ ਬਿਲਕੁਲ ਇੱਕ ਹੋਰ ਸ਼ਨਾਖਤ ਦਿੱਤੀ ਜਾਵੇ ਜਿਹੜੀ ਕਿ ਸ਼ਾਇਦ ਉਹਨਾਂ ਦੀ ਨਹੀਂ ਹੈ। ਅੱਛਾ, ਲੇਕਿਨ ਵੇਖੋ ਕਿ ਕਿੱਡੀ ਵੱਡੀ ਜ਼ੁਬਾਨ ਹੈ, ਕਿੱਡੀ ਡੈਪਥ ਹੈ ਦੇ ਵਿੱਚ, ਕਿ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ, ਹਾਂ, ਇੰਨਾ ਕੁਝ ਹੋਣ ਦੇ ਬਾਵਜੂਦ ਮੈਂ ਤੇ ਤੁਸੀਂ 2020 ਦੇ ਵਿੱਚ ਪੰਜਾਬੀ 'ਚ ਗੱਲ ਕਰ ਰਹੇ ਹਾਂ। 2 ਸਦੀਆਂ ਪਹਿਲੇ ਧੌਣ ਘੁੱਟੀ ਗਈ ਜਿਹੜੀ ਜ਼ੁਬਾਨ ਦੀ, ਉਹਦੇ ਵਿੱਚ ਅਸੀਂ ਅੱਜ ਵੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ, ਦੁਨੀਆ ਦੇ ਵਿੱਚ ਕਈ ਜ਼ੁਬਾਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਔਰ ਉਹਨਾਂ ਨੂੰ ਬਚਾਇਆ ਵੀ ਗਿਆ। ਜਿਵੇਂ ਹੀਬਰੂ ਲੈਂਗੁਏਜ, ਹੀਬਰੂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਔਰ ਉਹਨੂੰ ਬੋਲਣ ਵਾਲੇ ਕੋਈ ਵੀ ਨਹੀਂ ਸਨ ਰਹਿ ਗਏ, ਲੇਕਿਨ ਜਿਊਜ਼ ਨੇ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਅਪਣਾ ਕੇ ਉਹਨੂੰ ਟੈਕਨੋਲੋਜੀ ਦੀ ਜ਼ੁਬਾਨ ਬਣਾਇਆ, ਸਾਇੰਸ ਦੀ ਜ਼ੁਬਾਨ ਬਣਾਇਆ, ਔਰ ਉਹਨੂੰ ਸਰਕਾਰੀ ਸਤ੍ਹਾ ਦੇ ਉੱਤੇ ਓਨ ਕਰ ਦਿੱਤਾ, ਤੇ ਹੁਣ ਉਹ ਚੰਗਾ ਫਲਰਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਵੀ ਕਈ ਜ਼ੁਬਾਨਾਂ ਹੈਗੀਆਂ ਨੇ, ਤੇ ਪੰਜਾਬੀ 'ਚ ਪੂਰੀ ਜਾਨ ਹੈਗੀ ਹੈ ਸਾਇੰਸ ਦੀ ਜ਼ੁਬਾਨ ਬਣਨ ਦੀ, ਸੋਸ਼ਲ ਸਾਇੰਸ ਦੀ ਜ਼ੁਬਾਨ ਬਣਨ ਦੀ, ਕਮਿਊਨੀਕੇਸ਼ਨ ਦੀ ਜ਼ੁਬਾਨ, ਸਹਾਫਤ ਦੀ ਜ਼ੁਬਾਨ, ਸਿਆਸਤ ਦੀ ਜ਼ੁਬਾਨ, ਐਂਟਰਟੇਨਮੈਂਟ ਦੀ ਜ਼ੁਬਾਨ, ਲਿਟਰੇਚਰ ਦੀ ਜ਼ੁਬਾਨ ਬਣਨ ਦੀ। ਬਹੁਤ ਹੀ ਪੁਰਾਣੀ ਤੇ ਡੂੰਗੀ ਜ਼ੁਬਾਨ ਹੈ, ਔਰ ਜ਼ੁਬਾਨ ਇਹ ਨਹੀਂ ਕਿ ਮੈਂ ਅੱਜ ਕੋਈ ਨਵੀਂ ਜ਼ੁਬਾਨ ਸ਼ੁਰੂ ਕਰਦੇ ਆ ਤੇ ਉਹ ਹਫ਼ਤੇ ਬਾਅਦ ਬਣ ਜਾਏਗੀ। ਸਦੀਆਂ ਦੀ ਰਿਆਜ਼ਤ ਹੈ। ਪਹਿਲੇ ਕੁਝ ਸੀ, ਫਿਰ ਕੁਝ ਹੋਈ, ਤੇ ਹੁਣ ਅਸੀਂ ਜਿਹੜੇ ਲਹਿਜੇ 'ਚ ਬੋਲ ਰਹੇ ਹਾਂ, ਹੁਣ ਜਿਹੜੇ ਸਾਡੇ ਕੋਲ ਅੱਖਰ ਨੇ ਉਹ ਬਿਲਕੁਲ ਹੀ ਕੁਝ ਹੋਰ ਨੇ। ਠੀਕ ਹੈ ਜੀ, ਬਿਲਕੁਲ ਮਜ਼ਾ ਆ ਗਿਆ। ਮੈਂ ਤਾਂ ਪਤਾ ਜਾਣ ਕੇ ਤੁਹਾਨੂੰ ਇਹ ਇਸ ਲਈ ਕਿ ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ, ਔਰ ਮੈਂ ਆਪਣੇ ਮਿੱਤਰਾਂ ਨੂੰ ਵੀ ਕਹਿ ਰਹੀ ਹਾਂ ਜਿੱਥੇ ਜਿੱਥੇ ਦੁਨੀਆ 'ਚ ਬੈਠੇ ਆ, ਬੜੀ ਜਗ੍ਹਾ ਤੇ ਪੰਜਾਬੀ ਬੈਠੇ ਆ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਉਹਦੇ ਬਾਅਦ ਮਤਲਬ ਬਹੁਤ ਸਾਰੀ ਕੰਟਰੀਜ਼ 'ਚ, ਔਰ ਦੇਖਦੇ ਪਏ ਨੇ ਲੋਕ। ਔਰ ਮੈਂ ਤੁਹਾਨੂੰ ਦੱਸਾਂ ਕੁਝ ਥੋੜਾ ਜਿਹਾ, ਮੈਂ ਜਿਸਾਂ ਇਹ ਪੰਜਾਬੀ ਬੈਠਕ ਜਿਹੜਾ ਵਾ ਇਹ ਇੱਥੋਂ ਮੀਡੀਆ ਦੀ ਹੈ ਜਿਹੜੀ ਰਿਪਰੈਜ਼ੈਂਟੇਸ਼ਨ ਹੈ, ਜਿਹੜੀ ਕਿ ਸ਼ੁਰੂ ਤੌਰ ਤੇ ਮੇਰਾ ਖਿਆਲ ਹੈ ਇਹ ਸ਼ਾਇਦ ਖੁਦਾ ਨੇ ਤੌਫੀਕ ਮੈਨੂੰ ਦੇਣੀ ਸੀ ਕਿ ਇਹ ਵਾਲਾ ਕੰਮ ਮੈਂ ਸ਼ੁਰੂ ਕਰਾਂ ਇੱਥੇ ਬੈਠ ਕੇ, ਗੋਰਿਆਂ ਦੇ ਮੁਲਕ ਦੇ ਵਿੱਚ ਬੈਠ ਕੇ,
ਔਰ ਗੜ 'ਚ ਬੈਠ ਕੇ ਔਰ ਗੋਰਿਆਂ ਦੇ ਬੱਚਿਆਂ ਨੂੰ ਪੜ੍ਹਾ ਪੜੂ ਕੇ ਉੱਥੇ ਆਈ ਹਾਂ। ਲੇਕਿਨ ਇੰਝ ਹੀ ਸੀ ਕਿ ਮੈਨੂੰ ਨਾ ਉਂਝ ਹੀ ਥੋੜਾ ਜਿਹਾ ਵਲੰਟੀਅਰ ਕੰਮ ਕਰਨ ਦਾ ਸ਼ੌਕ ਸੀ। ਇੱਥੇ ਜੀਪੀ ਹੁੰਦੇ ਨੇ ਨਾ, ਤੇ ਸਾਡੀਆਂ ਬਜ਼ੁਰਗ ਜਿਹੜੇ ਲੋਕ ਨੇ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਨਾ, ਤੇ ਮੈਂ ਐਵੇਂ ਆਪਣਾ ਐਜ਼ ਅ ਵਲੰਟੀਅਰ ਆਪਣੇ ਜੀਪੀ 'ਚ ਨਾਮ ਦਿੱਤਾ ਹੋਇਆ ਸੀ ਕਿ ਕੋਈ ਵੀ ਜਿਹੜੀ ਆਪਣੀ ਇੰਡੀਅਨ ਜਾਂ ਕੋਈ ਪਾਕਿਸਤਾਨੀ ਜਿਹੜੀ ਆਪਣਾ ਕਮਿਊਨੀਕੇਟ ਨਹੀਂ ਕਰ ਸਕਦੀਆਂ, ਤੇ ਆਈ ਕੈਨ ਕਮ ਐਜ਼ ਅ ਟਰਾਂਸਲੇਟਰ ਵਲੰਟੀਅਰ। ਤੇ ਮੈਂ ਜਾਂਦੀ ਰਹੀ ਉਹਨਾਂ ਨਾਲ ਹੀ ਜੁੜ ਕੇ। ਮੈਂ ਉੱਥੇ ਪੰਜਾਬੀ ਬੋਲਣੀ, ਜੇ ਡਾਕਟਰ ਨੇ ਅੰਗਰੇਜ਼ੀ, ਜਿਹੜੀਆਂ ਗੋਲੀਆਂ ਨੇ ਜ਼ਾਹਿਰ ਹੈ ਉਹ ਸਾਡੀਆਂ ਆਪਣੀਆਂ ਇੰਡੀਅਨ, ਆਪਣੀਆਂ ਸਾਡੀਆਂ ਸਿੱਖ ਜਿਹੜੀਆਂ ਬਜ਼ੁਰਗ ਨੇ, ਜਾਂ ਉਹ ਜਿਨ੍ਹਾਂ ਦੇ ਬੱਚੇ ਕੰਮ ਕਰਦੇ ਨੇ, ਬਸ ਟਾਈਮ ਨਹੀਂ ਮਿਲਦਾ, ਅਕਸਰ ਤੇ ਨਾਲ ਹੁੰਦੇ ਨੇ, ਲੇਕਿਨ ਜੇ ਨਾ ਹੋਣ ਤੇ ਮੈਂ ਆਪਣੀ ਸਰਵਿਸਿਜ਼ ਆਫਰ ਕੀਤੀਆਂ ਹੋਈਆਂ ਸੀ। ਤਾਂ ਮੈਂ ਦੌੜਦੀ ਜਾਂਦੀ, ਲਾਗੇ ਸਾਡੇ ਸੀ, ਤੇ ਮੈਂ ਤਾਂ ਵਾਕ ਕਰਕੇ ਚਲੀ ਜਾਂਦੀ ਸੀ ਜੀਪੀ ਤੇ। ਇੰਝ ਕਰ ਮੈਨੂੰ ਬੜਾ ਉਹਨਾਂ ਦੇ ਨਾਲ ਕਨੈਕਸ਼ਨ ਫੀਲ ਹੋਇਆ ਨਾ, ਇਸ ਤਰ੍ਹਾਂ। ਤੇ ਫਿਰ ਉਹਦੇ ਬਾਅਦ ਨੈਚੁਰਲੀ ਇੱਕ ਘਰ ਦੇ ਵਿੱਚ ਵੀ ਸਿਲਸਿਲਾ ਸੀ, ਔਰ ਆਪਸ ਦੀ ਗੱਲ ਹੈ ਅੰਗਰੇਜ਼ੀ ਬੋਲ ਬੋਲ, ਇਹ ਪਤਾ ਨਹੀਂ ਇਹਨੂੰ ਕੀ ਕਹੀਦਾ, ਬੜਾ ਅੱਛਾ ਕਹੀਦਾ ਕਿ ਬਾਦਸ਼ਾਹ ਉਹ ਵੀ ਥਾ ਜੋ ਮਜ਼ਾ ਆਉਂਦਾ ਮੈਨੂੰ ਗੱਲਬਾਤ ਕਰਕੇ, ਔਰ ਮੈਂ ਬਹੁਤ ਜੈਨੂਇਨ ਫੀਲ ਕਰਦੀ ਹਾਂ। ਤੇ ਜਨਾਬ ਇਹ ਕੰਮ ਤੇ ਅਸੀਂ ਆਪਣੀ ਪੰਜਾਬੀ, ਆਪਣੀ ਮਾਂ ਬੋਲੀ ਨੂੰ ਨਾ ਬਚਾਉਣ ਲਈ ਤੇ ਬਹੁਤ ਦੁਨੀਆ ਕਰ ਰਹੀ ਹੈ। ਆਪਣੇ ਤੁਸੀਂ ਲੋਕ, ਤੁਸੀਂ ਬੱਚੇ ਜਦੋਂ ਨਾਲ ਚੱਲਦੇ ਨੇ ਨਾ, ਤੇ ਉਹਦੀ ਹੋਰ ਹੀ ਖੁਸ਼ੀ ਹੁੰਦੀ ਹੈ। ਔਰ ਇਹ ਹੁੰਦਾ ਰਹਿਣਾ ਹੀ ਹੈ। ਅੱਗੇ ਵੀ ਇੱਕ ਕੋਈ ਅਕਤੂਬਰ 'ਚ ਇੱਕ ਇਵੈਂਟ ਆਉਣਾ ਹੈਗਾ ਫਿਰ, ਤੇ ਮੈਂ ਇੱਥੋਂ ਯੂਕੇ ਨੂੰ ਰਿਪਰੈਜ਼ੈਂਟ ਕਰਨ ਵਾਸਤੇ, ਕੁਝ ਹੋ ਜਾਏ ਮੈਂ ਪਹੁੰਚਾਂਗੀ, ਤੇ ਮੈਂ ਰਿਪਰੈਜ਼ੈਂਟ ਕਰਾਂਗੀ ਕਿ ਮੈਂ ਦੇਖੋ ਤੁਸੀਂ ਸਾਰੇ ਬੰਦੇ ਤੇ ਹੁੰਦੇ ਹੀ ਹੋ, ਆਪਣੀਆਂ ਉੱਥੋਂ ਦੀਆਂ ਵੀ ਸਵਾਨੀਆਂ ਕਰ ਰਹੀਆਂ ਨੇ, ਭੈਣਾਂ ਕੁੜੀਆਂ ਸਭ ਕਰ ਰਹੇ, ਬਟ ਯੂਕੇ ਤੋਂ ਇੱਕ ਲੰਡਨ ਦੇ ਗੜ ਦੇ ਵਿੱਚੋਂ, ਇੰਗਲੈਂਡ ਤੋਂ ਉੱਠ ਕੇ ਬੰਦੀ ਜਾਵੇਗੀ, ਉੱਥੇ ਰਿਪਰੈਜ਼ੈਂਟ ਕਰੇਗੀ ਕਿ ਦੇਖੋ ਜੀ ਅਸੀਂ ਉੱਥੇ ਬੈਠੇ ਗੋਰਿਆਂ ਦੇ ਵਿੱਚ, ਤੇ ਜੇ ਗੋਰਿਆਂ ਨੇ ਕੋਈ ਸਾਡੀ ਕਲਚਰ, ਸਾਡੀ ਮਾਂ ਬੋਲੀ ਨਾਲ ਦਰੋਹ ਕੀਤਾ, ਬੜੇ ਸਾਲ ਹੋ ਗਏ, ਅਸੀਂ ਹੁਣ ਖੜੇ ਹਾਂ ਨਾਲ। ਤੇ ਇਹ ਜਿਹੜੀ ਚੀਜ਼ ਹੈ ਇਹ ਬੜੀ ਇੰਪੋਰਟੈਂਟ ਹੈ। ਸਾਡੇ ਜਿਹੜੇ ਬੱਚੇ ਨੇ, ਮੈਂ ਤੇ ਬਕਾਇਦਾ ਇਸ ਨੂੰ, ਇਸੇ ਪੈਗਾਮ ਨੂੰ ਲੈ ਕੇ ਅੱਗੇ ਚੱਲਣਾ, ਔਰ ਇਸੇ ਨੂੰ, ਕਿਉਂਕਿ ਜੇ ਆਪਣੀ ਜ਼ਬਾਨ ਹੋਏਗੀ ਤੇ ਸਾਡੀ ਐਗਜ਼ਿਸਟੈਂਸ ਹੋਏਗੀ। ਸਾਨੂੰ ਕੋਈ ਇਤਰਾਜ਼ ਨਹੀਂ, ਸਾਡੇ ਇੱਥੇ ਵੀ ਬੱਚੇ ਤੁਹਾਨੂੰ ਪਤਾ ਹੀ ਹੈ ਉੱਥੇ ਵੀ ਸਿੱਖਦੇ, ਜਰਮਨ, ਇਟਾਲੀਅਨ, ਫ੍ਰੈਂਚ, ਫਲਾਂ ਟਮਕਾਨ, ਉਰਦੂ ਵੀ ਪੜ੍ਹਦੇ ਆ, ਉਰਦੂ ਵੀ ਪੜ੍ਹਨੀ ਹੈ, ਰਾਜ ਜ਼ਬਾਨ ਹੈ, ਲੇਕਿਨ ਆਪਣੇ ਨਾਲ, ਆਪਣੀ ਮਾਂ ਨਾਲ, ਆਪਣੀ ਮਾਂ ਬੋਲੀ ਨਾਲ ਸਾਨੂੰ ਦੂਜੀਆਂ ਸਭ ਦੀਆਂ ਮਾਵਾਂ ਦੀ ਬਹੁਤ ਰਿਸਪੈਕਟ ਆ। ਔਰ ਆਪਣੀ ਮਾਂ ਬੋਲੀ ਨਾਲ ਅਸੀਂ ਜ਼ਾਤੀ ਨਹੀਂ ਹੋਣ ਦੇਣੀ। ਇਹੀ ਚੀਜ਼ ਅੱਗੇ ਹੁਣ ਰਹਿ ਗਿਆ ਜੇ ਟਾਈਮ ਥੋੜਾ ਜਿਹਾ, ਮੈਨੂੰ ਇਹ ਦੱਸੋ ਕੀ ਪੈਗਾਮ ਦੇਣਾ ਚਾਹੋਗੇ? ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਅੱਜ ਮੈਂ ਇੱਕ ਨਵੀਂ ਪੀੜ੍ਹੀ ਦਾ, ਇੱਕ ਨਵਾਂ ਸਾਡਾ ਯੂਥ ਜਿਹੜਾ ਉਹ ਪੈਗਾਮ ਟੀਵੀ ਤੋਂ ਪੂਰੀ ਦੁਨੀਆ ਨੂੰ ਕੀ ਦੇਣਾ ਚਾਹੇਗਾ? ਪੈਗਾਮਾਤ ਤੇ ਖੈਰ ਕੀ ਹੋਣੇ ਨੇ, ਬਸ ਸਾਂਝ ਦੀ ਗੱਲ ਮੈਂ ਕਰਨਾ ਚਾਹ ਰਿਹਾ ਸੀ। ਔਰ ਤੁਹਾਡੀਆਂ ਗੱਲਾਂ ਦੇ ਵਿੱਚ ਇੱਕ ਗੱਲ ਜਿਹੜੀ ਮੈਂ ਬਹੁਤ ਜ਼ਰੂਰੀ ਕਰਨਾ ਚਾਹ ਰਿਹਾ ਸੀ, ਉਹ ਮਿਸਕਨਸੈਪਸ਼ਨਸ ਦੀ ਹੈ ਪੰਜਾਬੀ ਦੇ ਬਾਰੇ ਨਾ, ਅਗਰ ਮੈਂ 2 ਮਿੰਟ ਲੈ ਸਕਾਂ ਤੇ। ਜਦੋਂ ਮੈਂ ਕਹਿੰਦਾ ਨਾ ਕਿ ਮੈਨੂੰ ਪੰਜਾਬੀ ਨਾਲ ਪਿਆਰ ਹੈ ਜਾਂ ਮੇਰੀ ਮਾਂ ਬੋਲੀ ਪੰਜਾਬੀ ਹੈ, ਤੇ ਅੱਗੋਂ ਜਵਾਬ ਆਉਂਦਾ, ਓਹੋ ਆਪਕੋ ਉਰਦੂ ਸੇ ਨਫ਼ਰਤ ਹੈ। ਭਾਈ ਮੈਂ ਕਦੋਂ ਕਿਹਾ ਮੈਨੂੰ ਉਰਦੂ ਸੇ ਨਫ਼ਰਤ ਹੈ? ਮੈਂ ਤਾਂ ਆਪਣੀ ਮਾਂ ਬੋਲੀ ਦੀ ਗੱਲ ਕਰ ਰਿਹਾ ਕਿ ਮੈਨੂੰ ਪੰਜਾਬੀ ਨਾਲ ਪਿਆਰ ਹੈ। ਇਹ ਤੇ ਉਹੀ ਗੱਲ ਹੋ ਗਈ ਕਿ ਮੈਨੂੰ ਮੇਰੀ ਮਾਂ ਨਾਲ ਪਿਆਰ ਹੈ, ਤੇ ਮੈਨੂੰ ਕੋਈ ਕਿ ਤੈਨੂੰ ਤੇਰੀ ਮਾਸੀ ਨਾਲ ਨਫ਼ਰਤ। ਮੈਂ ਕਦੋਂ ਨਫ਼ਰਤ ਦੀ ਗੱਲ ਕੀਤੀ? ਮੈਂ ਤਾਂ ਪੰਜਾਬੀ ਨਾਲ ਮੁਹੱਬਤ ਦੀ ਗੱਲ ਕੀਤੀ। ਉਹਦੇ ਤੋਂ ਮੁਰਾਦ ਇਹ ਨਹੀਂ ਹੈ ਕਿ ਮੈਂ ਕੋਈ ਲਿਸਾਨੀਅਤ ਨੂੰ ਹਵਾ ਦੇ ਰਿਹਾ ਵਾਂ, ਜਾਂ ਮੈਂ ਕਿਸੇ ਜ਼ੁਬਾਨ ਦੂਜੀ ਨੂੰ ਮੰਦਾ ਕਹਿ ਰਿਹਾ ਵਾਂ। ਸਾਰੀਆਂ ਸੋਹਣੀਆਂ ਨੇ ਆਪਣੀ ਜਗ੍ਹਾ ਤੇ, ਲੇਕਿਨ ਮੈਨੂੰ ਤੇ ਮੇਰਾ ਕਨਸਟੀਟਿਊਸ਼ਨਲ ਹੱਕ ਤੇ ਦੇ ਦਿਓ, ਮੈਨੂੰ ਵੀ ਮੰਨ ਲਓ, ਪੰਜਾਬੀ ਨੂੰ ਵੀ ਕੋਈ ਥਾਂ ਦੇ ਦਿਓ। ਜਹਾਲਤ ਦਾ ਜਿਹੜਾ ਟੈਗ ਤੁਸੀਂ ਲਾਤਾ ਸੂਫੀਆਂ ਦੀ ਜ਼ੁਬਾਨ ਦੇ ਉੱਤੇ, ਇੰਟੈਲੈਕਚੁਅਲਸ ਦੀ ਜ਼ੁਬਾਨ ਦੇ ਉੱਤੇ, ਉਹਨੂੰ ਤੇ ਧੋ ਦਿਓ। ਜੇ ਤੁਸੀਂ ਕੋਈ ਥੋੜਾ ਬਹੁਤ ਹਿਸਟਰੀ ਨੂੰ ਜਾਣਦੇ ਹੋ ਤੇ ਪੰਜਾਬੀ ਬਾਰੇ ਆਪ ਹੀ ਪੜ੍ਹ ਲਓ, ਸਾਡੀ ਨਾ ਵੀ ਮੰਨੋ, ਆਪ ਹੀ ਪੜ੍ਹ ਲਓ ਜਿੱਥੇ ਜਿੱਥੇ ਬੈਠੇ ਹੋ। ਦੂਜਾ ਜਿਹੜਾ ਤੁਹਾਡਾ ਯੂਕੇ ਦੇ ਵਿੱਚ ਹੋ ਰਿਹਾ ਮਰਦਮਸ਼ੁਮਾਰੀ ਹੋ ਰਹੀ ਹੈ, ਹਾਂਜੀ, ਜੋ ਕੁਝ ਅਸੀਂ ਪਾਕਿਸਤਾਨ ਇੰਡੀਆ ਮਤਲਬ ਚੜ੍ਹਦੇ ਲੈਂਦੇ ਪੰਜਾਬ ਚ ਕਰਨੇ, ਉਹ ਅਸੀਂ ਯੂਕੇ ਬੈਠੇ ਹੋਏ ਨੇ, ਮੇਰੇ ਕਈ ਕਜ਼ਨ ਯੂਕੇ ਚ ਬੈਠੇ ਹੋਏ ਨੇ, ਉਹ ਕੁਝ ਕਰਦੇ ਨੇ ਉੱਥੇ ਜਾ ਕੇ। ਯਾਨੀ ਕਿ ਜਿਹੜੇ ਹਿੰਦੂ ਪੰਜਾਬੀ ਨੇ ਉਹ ਹਿੰਦੀ ਲਿਖ ਦਿੰਦੇ ਨੇ ਮਾਦਰੀ ਜ਼ੁਬਾਨ, ਜਿਹੜੇ ਮੁਸਲਮਾਨ ਪੰਜਾਬੀ ਨੇ ਇੱਥੋਂ ਦੇ ਉਹ ਉਰਦੂ ਲਿਖ ਦਿੰਦੇ ਨੇ। ਜਾਂ ਤੇ ਉਹਨਾਂ ਨੂੰ ਪਤਾ ਨਹੀਂ ਕਿ ਮਾਦਰੀ ਜ਼ੁਬਾਨ ਕਿਹਨੂੰ ਕਹਿੰਦੇ ਨੇ, ਉਹ ਏਡੇ ਅਨਅਵੇਅਰ ਨੇ, ਜਾਂ ਫਿਰ ਉਹਨਾਂ ਦੇ ਦਿਲ ਦੇ ਵਿੱਚ ਕੋਈ ਖੋਟ ਹੈ, ਕੋਈ ਉਹਨਾਂ ਨੂੰ ਕੋਈ ਜਾਹਲ ਕਹਿ ਦੇਗਾ ਜਾਂ ਕੋਈ ਹੋਰ ਸ਼ਿਆ ਕਹਿ ਦੇਗਾ। ਜੇ ਤੁਸੀਂ ਜਾਹਲ ਕਹਾਉਂਦੇ ਹੋ ਤੇ ਤੁਹਾਡੇ ਮਾਂ ਪਿਓ ਕੀ ਕਹਾਉਣਗੇ?
क्या ਤੁਹਾਡੇ ਮਾਪਿਓ ਪੰਜਾਬੀ ਨਹੀਂ ਨੇ? क्या सूफी बाबे ਜਿਹੜੇ ਕਿ ਸ਼ਾਇਰੀ ਕਰ ਗਏ ਨੇ क्या ਉਹ ਜਾਹਿਲ ਨੇ? ਜਾਂ ਚਾਣਕੀਆ ਦੀ ਅਗਰ ਮਿਸਾਲ ਲਵੋ, ਹੜੱਪਨ ਸਿਵਲਾਈਜੇਸ਼ਨ ਦੀ ਮਿਸਾਲ ਲਓ, ਜਿੱਥੇ ਪਹਿਲੀ ਯੂਨੀਵਰਸਿਟੀ ਸੀ ਦੁਨੀਆ ਦੀ, ਕਹਿੰਦੇ ਨੇ ਕੁਝ ਲੋਕ, ਉਹ ਐਡਾ ਡਿਵੈਲਪਡ ਸ਼ਹਿਰ ਸੀ, क्या ਉਹ ਲੋਕ ਜਾਹਲ ਸਨ ਜਿਹੜੀ ਜ਼ੁਬਾਨ ਉਹ ਬੋਲਦੇ ਸਨ, ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ? ਸੋ ਪੈਗਾਮ ਤੇ ਨਹੀਂ ਹੈ, ਸਿਰਫ ਹੈ ਵੀ ਯੂਥ ਨੂੰ ਸਪੈਸ਼ਲੀ ਐਡਰੈਸ ਕਰਕੇ ਕਿ ਯਾਰ ਤੁਹਾਡੇ ਕੋਲ ਤੇ ਟੈਕਨੋਲੋਜੀ ਦਾ ਐਡਾ ਵੱਡਾ ਟੂਲ ਔਰ ਤਾਕਤ ਹੈ। ਮੇਰੀ ਗੱਲ ਅਗਰ ਤੁਹਾਨੂੰ ਨਹੀਂ ਸਮਝ ਆ ਰਹੀ, ਮੈਂ ਪਸੰਦ ਨਹੀਂ ਆ, ਕੋਈ ਗੱਲ ਨਹੀਂ। ਸ਼ਗੁਫਤਾ ਜੀ ਦਾ ਸ਼ੋਅ ਤੁਹਾਨੂੰ ਨਹੀਂ ਪਸੰਦ, ਕੋਈ ਗੱਲ ਨਹੀਂ, ਲੇਕਿਨ ਇੰਟਰਨੈਟ ਯੂਜ਼ ਕਰਕੇ ਆਪ ਹੀ ਰਿਸਰਚ ਕਰੋ ਨਾ ਯਾਰ, ਕੀ ਹੈ ਪੰਜਾਬੀ, ਕਿਉਂ ਹੈ ਪੰਜਾਬੀ, ਔਰ ਪੰਜਾਬੀ ਜ਼ਰੂਰੀ ਕਿਉਂ ਹੈ, ਆਪਣਾ ਐਨਾਲਿਸਿਸ ਆਪ ਹੀ ਕਰੋ। ਸਾਡੇ ਤੇ ਨਾ ਰਹਿਣਾ, ਜਾਗਦੇ ਰਹਿਣਾ, ਸਾਡੇ ਤੇ ਨਾ ਰਹਿਣਾ ਬੜਾ ਸਿਲਸਿਲਾ। ਸੋ ਆਪ ਹੀ ਜਾਗੋ, ਆਪਣੇ ਨਾਲ ਦਿਆਂ ਨੂੰ ਜਗਾਓ, ਤੇ ਜੇ ਤੁਸੀਂ ਆਪਣੀ ਆਇਡੈਂਟੀਟੀ ਦੇ ਉੱਤੇ ਸ਼ਰਮਿੰਦਾ ਹੋ ਤੇ ਫਿਰ ਤੁਹਾਡੇ ਕੋਲ ਨਾ ਤੇ ਕੋਈ ਐਜੂਕੇਸ਼ਨ ਹੈ ਤੇ ਨਾ ਤੁਸੀਂ ਸਿਵਲਾਈਜ਼ਡ ਹੋ ਇਸ ਦੁਨੀਆ ਦੇ ਵਿੱਚ। ਬਿਲਕੁਲ ਸਹੀ, ਇੰਨਾ ਸੋਹਣਾ ਪੈਗਾਮ ਦਿੱਤਾ ਹੈ ਕਿ ਕਹਿੰਦੇ ਨੇ ਕਿ ਉਹ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਇੰਨੇ ਪਿਆਰੀ ਗੱਲ ਕਰ ਛੋੜੀ ਤੁਸੀਂ। ਤੇ ਮੈਂ ਤੁਹਾਨੂੰ once again I'm so proud of you. I would love to salute you. I'm humbled, I'm thankful to be here, and I would love to join you guys again, maybe in any other show or something, and I'll invite you particularly in my show Praga, and we'll talk more about Punjabi and diaspora and whatnot. Everything. ਬਹੁਤ ਅੱਛਾ ਲੱਗਿਆ। ਹਲੇ ਤੇ ਮੈਂ ਨਾ ਤੁਹਾਨੂੰ ਸਾਰਿਆਂ ਨੂੰ, ਇਹ ਮੇਰੇ ਜਿੰਨੇ ਵੀ, ਮੈਂ ਹਲੇ ਉਹ ਈਵਨ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਆਪਣੇ ਪੰਜਾਬ ਦੇ ਹੀ ਜਿਹੜੇ ਆਰਗੇਨਾਈਜ਼ਰ ਨੇ ਉਹ ਕਰਨਗੇ, ਬਟ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਸਿਹਤ ਠੀਕ ਰਵੇ, ਮੈਂ ਕਰਕੇ ਮੈਂ ਤੋਂ ਛੱਡ ਕੇ ਉਸ ਵਾਸਤੇ ਮੈਂ ਆਪਣੀ ਸਾਂਝ ਤੁਹਾਡੇ ਸਾਰਿਆਂ ਨਾਲ, ਮੈਂ ਆਪਣੀ ਮਾਂ ਬੋਲੀ ਨਾਲ ਸਾਂਝ ਨਾਲ ਮੈਂ ਉੱਥੇ ਆਵਾਂਗੀ। ਔਰ ਮੈਂ ਇਸ ਤਰ੍ਹਾਂ that's the spirit ਜ਼ਰੂਰ। ਔਰ ਮੈਂ ਦੱਸਣਾ ਚਾਹਾਂਗੀ ਕਿ ਵੀ ਇੱਥੇ ਕੋਈ ਨਹੀਂ ਹੈ ਉਹ, ਯਾਰ ਮੇਰੇ ਭਰਾਵੋ, ਮੇਰੇ ਛੋਟੇ ਬੱਚਿਆਂ ਵਾਂਗਰ ਹੋ ਤੁਸੀਂ ਵੀ, ਵੱਡੇ ਵੀ ਨੇ ਜਿਹੜੇ ਸਾਰੇ, ਤੁਸੀਂ ਦੇਖੋ ਕਿ ਮੈਂ ਔਰਤ ਹੋ ਕੇ, ਤੁਸੀਂ ਇੱਥੋਂ ਦੇਖੋ ਹੁਣ ਸਾਰਿਆਂ ਨੂੰ ਵਕਤਾਂ ਪਿਆ ਦਾ, ਕਰੋਨਾ ਆ ਗਿਆ, ਇੱਥੇ ਫਲਾਈਟਾਂ ਦੇ ਮਸਲੇ ਪਏ, ਲੇਕਿਨ ਮੇਰੀ ਸਪਿਰਿਟ ਹੈ ਕਿ ਨਹੀਂ, ਮੈਂ ਜਾਣਾ, ਮੈਂ ਇਹ ਚੀਜ਼ ਦੀ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੀ ਹਾਂ। ਜਿਸ ਤਰ੍ਹਾਂ ਮੈਂ ਤੇ ਨੁਜ਼ਰਤ ਹੋਰਾਂ ਨੇ ਆਰਗੇਨਾਈਜ਼ ਕੀਤਾ ਸੀ, ਅਸੀਂ ਕਲਚਰਲ ਡੇ ਵੀ, ਜਿਹੜਾ ਪੰਜਾਬੀ ਕਲਚਰਲ ਡੇ ਦੀ ਜਿਹੜੀ ਪਹਿਲੀ ਇੱਟ ਜਿਹੜੀ ਆ ਉਹ ਨੁਜ਼ਰਤ ਅਬਾਸ ਦੇ ਘਰ ਰੱਖੀ ਗਈ ਸੀ, ਹਾਲ ਬੁੱਕ ਕਰਾਇਆ ਹੋਇਆ ਸੀ, ਫਿਰ ਕਰੋਨਾ ਆ ਗਿਆ, ਡਰ ਗਏ ਲੋਕ। ਨੁਜ਼ਰਤ ਜੀ ਨੇ ਕਿਹਾ, ਮੈਂ ਕਿਹਾ ਲੋਧੀ ਕਪਲ ਤੁਹਾਡੇ ਕੋਲ ਪਹੁੰਚੇਗਾ, ਫਿਰ ਕੁਝ ਹੋਰ ਦੋ ਜਨਾਬ। ਅਸੀਂ 7 ਕੇ 8 ਬੰਦਿਆਂ ਦੇ ਨਾਲ ਉਹ ਪੰਜਾਬੀ ਕਲਚਰ ਜਿਸ ਤਰ੍ਹਾਂ ਫਸਟ ਟਾਈਮ ਪੰਜਾਬ 'ਚ ਹੋਇਆ ਤੇ ਆਕਸਫੋਰਡ 'ਚ ਉੱਥੇ ਬਣਾਇਆ ਗਿਆ, ਤੇ ਅਸੀਂ ਉਹ ਵਾਲੇ ਆਪਣੀ ਮਾਂ ਬੋਲੀ ਦੇ ਨਾਲ, ਕਿਉਂਕਿ ਅਸੀਂ ਅੱਜ ਆਪਣੀ ਮਾਂ ਬੋਲੀ ਨਾਲ ਜੁੜੇ ਹਾਂ, ਸਾਡੇ ਮਾਂ ਬਾਪ ਦੀ ਸਾਡੇ ਦਿਲ 'ਚ ਬਹੁਤ ਇੱਜ਼ਤ ਹੈ, ਅਸੀਂ ਉਹਨਾਂ ਦੀ ਕਰਾਂਗੇ ਤੇ ਸਾਡੀਆਂ ਔਲਾਦਾਂ ਸਾਡੀ ਕਰਨਗੀਆਂ, ਔਰ ਕਰ ਰਹੇ ਨੇ। Exactly. Thank you so much Ali Usman Bajwa, बहुत अच्छा, इसी तरह काम करना। Thank you. Thank you जी, अल्लाह हाफिज़, रब रखा।